ਉਹ ਕਿਹੜਾ ਸਮਾਂ ਸੀ ਜਦੋਂ ਮੰਗੀ ਮਾਹਲ ਨੂੰ ਲੱਗਿਆ ਕਿ ਵੀ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਜਿਹੜਾ ਆਉਣਾ ਚਾਹੀਦਾ ਹੈ। ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਗਾਉਣ ਦੀ ਚੈਟਕਲ ਜਿਹੜੀ ਲੱਗ ਗਈ ਸੀਗੀ ਜੀ। ਤੇ ਮੈਨੂੰ ਸ਼ੌਂਕ ਸੀ ਮੈਂ ਗਾਉਣਾ, ਤੇ ਮੇਰੀ ਮਾਤਾ ਨੇ ਕਹਿਣਾ ਘਰੋਂ ਲਾਂਭਾ ਨਾ ਜੇ ਵੀ ਕਿਸੇ ਦੀ ਕੁੜੀ ਨੂੰ ਦੇਖ ਕੇ ਗਾਉਂਦਾ ਸੀ ਤੇਰੇ ਪਿਓ ਨੇ ਤੈਨੂੰ ਛੱਡਣਾ ਨਹੀਂ। ਜਿੱਦਾਂ ਤੁਹਾਡੇ ਮਾਂ ਸ਼ਬਦ ਵਾਲੇ ਜਿਹੜੇ ਗੀਤ ਨੇ ਦੋ ਆਏ ਨੇ, ਸੋ ਇਹ ਵਿਚਾਰ ਕਿੱਦਾਂ ਆਇਆ ਕਿ ਵੀ ਮਾਂ ਸ਼ਬਦ ਵਾਲੇ ਜਿਹੜੇ ਗੀਤ ਆ ਉਹ ਵੀ ਆਪਾਂ ਜ਼ਰੂਰ ਗਾਉਣੇ ਨੇ? ਜਿਹੜੀਆਂ ਕੰਪਨੀਆਂ ਨਾ ਉਹ ਕਦੀ ਮਾਂ ਵਾਲਾ ਗੀਤ ਜਾਂ ਪਿਓ ਵਾਲਾ ਗੀਤ ਇਹਨਾਂ ਦੇ ਉੱਤੇ ਕਦੀ ਪੈਸਾ ਨਹੀਂ ਲਾਉਂਦੀਆਂ। ਉਹ ਕਹਿੰਦੇ ਕੋਈ ਪਤਲੇ ਜਿਹੇ ਲੱਕ ਦੀ ਗੱਲ ਲਿਆ, ਕੋਈ ਅੱਖ ਦੀ ਗੱਲ ਲਿਆ, ਕੋਈ ਠੀਕ ਹੈ ਜੀ, ਤੇ ਉਹਦੇ ਉੱਤੇ ਪੈਸੇ ਲਾਉਂਦੇ ਆ। ਮੈਂ ਕਦੀ ਗੱਲ ਕੀਤੀ ਆ ਕਿ ਕਿਸੇ ਵੀ ਘਰ ਵਿੱਚ ਆਵੇ ਨਾ ਕਦੇ ਥੋੜ ਬਜ਼ੁਰਗਾਂ ਦੀ ਉਮਰਾਂ ਬਖਸ਼ੀ ਸਾਈਆਂ ਬੜੀ ਹੈ ਲੋੜ ਬਜ਼ੁਰਗਾਂ ਦੀ। ਜਿਸ ਘਰ ਹੁਣ ਬਜ਼ੁਰਗ ਲੋੜ ਨਹੀਂ ਪੈਂਦੀ ਜਿੰਦਿਆਂ ਦੀ, ਜੀਵ ਨਹੀਂ ਥੱਕਦੀ ਸਾਰਾ ਦਿਨ ਅਸੀਸਾਂ ਦਿੰਦਿਆਂ ਦੀ। ਅਸੀਸ ਲਿਆਉਂਦੀ ਜ਼ਿੰਦਗੀ ਵਿੱਚ ਨਵਾਂ ਮੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਸਾਈਆਂ ਬੜੀ ਹੈ ਲੋੜ ਬਜ਼ੁਰਗਾਂ ਦੀ। ਜੀ ਆਇਆਂ ਨੂੰ ਕੋਈ ਹੋਵੇਗਾ ਕਿਸੇ ਦਾ ਤਾਈਓ ਆਵੇਗਾ ਕਿਸੇ ਦੇ ਕੋਲ, ਵੇਖ ਕੇ ਨਹੀਂ ਮੱਥੇ ਵੱਟ ਪਾਈਦਾ। ਸੱਜਣਾ ਲਈ ਰੱਖੀ ਦੇ ਹਮੇਸ਼ਾ ਬੂਹੇ ਖੁੱਲੇ, ਸਗੋਂ ਜੀ ਆਇਆਂ ਆਖ ਕੇ ਬੁਲਾਈਦਾ, ਸਗੋਂ ਜੀ ਆਇਆਂ ਆਖ ਕੇ ਬੁਲਾਈਦਾ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਸੁਮਨ। ਸੋ ਪੰਜਾਬ 1 ਟੀਵੀ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਹੀ ਸ਼ੋਅ ਜੀ ਆਇਆਂ ਦੇ ਵਿੱਚ। ਜਿਵੇਂ ਕਿ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਇਸ ਸ਼ੋਅ ਦੇ ਜ਼ਰੀਏ ਅਸੀਂ ਉਹਨਾਂ ਖਾਸ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜੀ ਹਾਂ, ਇਸ ਵਾਰ ਵੀ ਸਾਡੇ ਸਟੂਡੀਓ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਮੌਜੂਦ ਨੇ ਜੋ ਕਿ ਦੁਆਬੇ ਦੀ ਇੱਕ ਦਮਦਾਰ ਆਵਾਜ਼ ਨੇ ਤੇ ਦੇਸ਼ ਵਿਦੇਸ਼ ਦੇ ਵਿੱਚ ਨਾਮਣਾ ਖੱਟ ਚੁੱਕੇ ਨੇ, ਜਿਨ੍ਹਾਂ ਨੂੰ ਲਿਖਣ, ਗਾਉਣ ਤੇ ਅਦਾਕਾਰੀ ਦੇ ਨਾਲ ਡਾਢਾ ਇਸ਼ਕ ਹੈ। ਜੀ ਹਾਂ, ਗੱਲ ਕਰਦੇ ਹਾਂ ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਲਾਂਬੜਾ ਦੇ ਕੋਲ ਵਸਦੇ ਇੱਕ ਛੋਟੇ ਜਿਹੇ ਪਿੰਡ ਲੋਹਾਰਾਂ ਦੇ ਨਾਲ ਬਾਬਾਸਾ ਵਰਲਡ ਫੇਮਸ ਸਿੰਗਰ ਮੰਗੀ ਮਾਹਲ ਜੀ, ਜੋ ਕਿ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਤੇ ਫਿਰ ਆਓ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਅੱਜ ਦੇ ਇਸ ਸ਼ੋਅ ਦੇ ਵਿੱਚ। ਸਭ ਤੋਂ ਪਹਿਲਾਂ ਜੀ ਰੀਨਾ ਸੁਮਨ ਜੀ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ ਕਿ ਤੁਸੀਂ ਇਸ ਚੈਨਲ ਤੇ ਲੈ ਕੇ ਆਏ ਹੋ ਮੈਨੂੰ ਜੀ। ਪੰਜਾਬ 1 ਦੇ ਸਾਰੇ ਟੀਵੀ ਨੂੰ ਦੇਖ ਰਹੇ ਸਰੋਤਿਆਂ ਦਾ, ਜਾਣੀ ਜੀ ਆਇਆਂ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਮਾਂ ਬੋਲੀ ਦੇ ਆਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰੀ ਸਤਿ ਸ੍ਰੀ ਅਕਾਲ ਜੀ। ਜੀ, ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਕਿ ਅੱਜ ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਜਿਹੜਾ ਕਿ ਸਾਡੇ ਸ਼ੋਅ ਨੂੰ ਦਿੱਤਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਲਾਈਫ ਹੈ ਰੁਝੇਵਿਆਂ ਭਰੀ ਹੈ। ਅੱਜ ਵੀ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਕੁਝ ਗੈਸਟ ਆ ਗਏ ਸੀ, ਉਹਦੇ ਕਰਕੇ ਥੋੜਾ ਆਪਾਂ ਲੇਟ ਕਰ ਰਹੇ ਆ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸਰ ਕਰਦੇ ਹਾਂ ਸ਼ੁਰੂ। ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਤੁਹਾਡਾ ਇੱਕ ਗੀਤ ਆਇਆ ਸੀ ਸਾਨੂੰ ਕਿਵੇਂ ਭੁੱਲੇਗੀ ਸੌਂਗ। ਸੋ ਉਹ ਕਿਹੜਾ ਸਮਾਂ ਸੀ ਜਦੋਂ ਮੰਗੀ ਮਾਹਲ ਨੂੰ ਲੱਗਿਆ ਕਿ ਵੀ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਜਿਹੜਾ ਆਉਣਾ ਚਾਹੀਦਾ ਹੈ? ਰੀਨਾ ਜੀ, ਮੇਰਾ ਬੜਾ ਮੁਬਾਰਕ ਜਿਹਾ ਛੋਟਾ ਜਿਹਾ ਪਿੰਡ, ਜਿੱਦਾਂ ਤੁਸੀਂ ਦੱਸਿਆ ਲਾਂਬੜੇ ਦੇ ਨਾਲ ਲੋਹਾਰ ਪ੍ਰਤਾਪਰਾ ਜੀ। ਲੋਹਾਰਾ ਮੇਰਾ ਪਿੰਡ ਹੈ। ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਰਹੇ ਨੇ, ਸਰਦਾਰ ਸੁਰਜੀਤ ਸਿੰਘ ਜੀ, ਤੇ ਮੇਰੀ ਮਾਤਾ ਸੁਰਿੰਦਰ ਕੌਰ ਜੀ। ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਗਾਉਣ ਦੀ ਚੈਟਕਲ ਜਿਹੜੀ ਲੱਗ ਗਈ ਸੀਗੀ ਜੀ, ਤੇ ਉੱਥੋਂ ਕਹਿੰਦੇ ਨਾ ਮਾਂ ਦੀ ਹੱਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ, ਤੇ ਮੇਰੇ ਪਿਤਾ ਜੀ ਨਹੀਂ ਸੀ ਇਹ ਚੀਜ਼ਾਂ ਬਰਦਾਸ਼ਤ ਕਰਦੇ। ਜਦੋਂ ਮੈਂ ਹੌਲੀ-ਹੌਲੀ ਹਾਈ ਸਕੂਲ ਗਿਆ, ਫਿਰ ਕਾਲਜ ਲਾਈਫ ਦੇ ਵਿੱਚ ਚਲ ਗਿਆ ਜੀ, ਤੇ ਮੈਨੂੰ ਸ਼ੌਂਕ ਸੀ ਮੈਂ ਗਾਉਣਾ, ਤੇ ਮੇਰੀ ਮਾਤਾ ਨੇ ਕਹਿਣਾ ਵੀ ਕਿਤੇ ਘਰੋਂ ਲਾਂਭਾ ਨਾ ਜੇ ਵੀ ਕਿਸੇ ਦੀ ਕੁੜੀ ਨੂੰ ਦੇਖ ਕੇ ਗਾਉਂਦਾ ਸੀ ਤੇਰੇ ਪਿਓ ਨੇ ਤੈਨੂੰ ਛੱਡਣਾ ਨਹੀਂ। ਫਿਰ ਆਪਣੀ ਮੋਟਰ ਤੇ ਖੂਹ ਤੇ ਜਾ ਕੇ ਜਿਹੜੀਆਂ ਹੇਕਾਂ ਲਾਉਣੀਆਂ ਜੀ। ਸੋ ਇਹਦਾ ਸ਼ੌਂਕ ਵੱਧਦਾ ਗਿਆ। ਫਿਰ ਮੈਂ ਲਿਖਿਆ ਵੀ, ਮੈਂ ਭੰਗੜਾ ਵੀ ਪਾਇਆ ਕਾਲਜ ਵਿੱਚ ਜੀ, ਤੇ ਉਹਦੇ ਨਾਲ ਨਾਲ ਮੈਂ 9 ਸਾਲ ਜਿਹੜਾ ਲਾਇਲਪੁਰ ਖਾਲਸਾ ਕਾਲਜ ਥੀਏਟਰ ਵੀ ਕੀਤਾ ਜੀ। ਸ਼ੌਂਕ ਸੀਗਾ। ਫਿਰ ਕੈਸਟ ਕੰਪਨੀ ਖੋਲੀ, MMC ਉਹਦਾ ਨਾਂ ਸੀ, ਜਿਹਦੇ ਵਿੱਚ KS ਮੱਖਣ ਜੀ, ਲੈਂਬਰ ਹੁਸੈਨਪੁਰੀ ਦੀ ਪਹਿਲੀ ਟੇਪ ਮੈਂ ਕੀਤੀ ਹੈ। ਜਗਤਾਰ ਬਰਿਆਣਵੀ, ਮੋਹਨਵੀਰ ਬੱਲੀ 6-7 ਟੇਪਾਂ ਕੀਤੀਆਂ। ਉਹ ਕਹਿੰਦੇ ਨਾ ਸਾਡੇ ਵੱਸ ਦਾ ਰੋਗ ਨਹੀਂ ਬਿਜ਼ਨਸ ਕਰਨਾ ਜੀ ਜੀ। ਮੈਂ ਫੇਲ ਹੀ ਹੋਇਆ ਉਹਦੇ ਵਿੱਚ, ਘਰਦਿਆਂ ਦੇ ਵਾਹਵਾ ਪੈਸੇ ਖਰਾਬ ਕੀਤੇ ਉਸ ਟਾਈਮ ਦੇ ਵਿੱਚ ਜੀ। ਸੋ ਇੱਦਾਂ ਜਿਹੜਾ ਸ਼ੌਂਕ ਆ ਹੌਲੀ-ਹੌਲੀ ਵੱਧਦਾ ਗਿਆ। ਤੇ ਇੱਕ ਕੈਸਟ ਕਰਨੀ ਸੀ, ਨਿਰਮਲ ਸਿੱਧੂ ਹੁਣੀ ਕਰ ਰਹੇ ਸੀ, ਜਿਹਦੇ ਵਿੱਚ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ, ਨਵਿਆਂ ਨੂੰ ਵੀ ਮੌਕਾ ਮਿਲਣਾ ਸੀ ਜੀ। ਉਹਦੇ ਵਿੱਚ ਨਿਰਮਲ ਸਿੱਧੂ, ਰਣਜੀਤ ਮਣੀ, ਪਰਮਿੰਦਰ ਸੰਧੂ, ਇੱਦਾਂ ਹੋਰ ਨਾਮੀ ਕਲਾਕਾਰ ਸੀ ਜੀ। ਤੇ 3-4 ਜਣਿਆਂ ਨੂੰ ਸਾਨੂੰ ਨਵਿਆਂ ਨੂੰ ਮੌਕਾ ਮਿਲਿਆ। ਤੂੰ ਸਾਨੂੰ ਕਿਵੇਂ ਭੁੱਲ ਗਈ ਜਿਹੜਾ ਤੁਸੀਂ ਗੀਤ ਕਹਿੰਦੇ ਆ ਜੀ, ਉਹ ਮੇਰਾ ਟਾਈਟਲ ਸੀਗਾ।
ਬਣਾਤਾ ਉਹਨਾਂ ਨੇ। ਪੈਰੀਟਾਊਨ ਕੰਪਨੀ ਸੀ, ਬੜੀ ਮਸ਼ਹੂਰ ਹੁੰਦੀ ਸੀ ਉਦੋਂ। ਜੀ। ਉਹਨਾਂ ਨੂੰ ਉਹ ਗੀਤ ਚੰਗਾ ਲੱਗਾ ਤੇ ਉਹਨਾਂ ਨੇ ਟਾਈਟਲ ਹੀ ਮੇਰੇ ਗੀਤ ਦਾ ਬਣਾਤਾ। ਸੋ ਇਦਾਂ ਗੀਤ ਜਿਹੜਾ ਸਫ਼ਰ ਸ਼ੁਰੂ ਹੋ ਗਿਆ। ਜੀ। ਤੇ ਤੁਸੀਂ ਇਹ ਦੇਖੋ ਕਿ ਪਹਿਲਾ ਗੀਤ ਮੇਰਾ ਆਇਆ ਸੀ, ਮੇਰੀ ਯਾਰੀ ਦੋਸਤੀ ਦਾ ਜਿਹੜਾ ਸਰਕਲ ਇੰਨਾ ਵਧੀਆ ਸੀਗਾ। ਮੈਂ ਯਾਰ ਜ਼ਿਆਦਾ ਕਮਾਏ ਆ, ਪੈਸੇ ਘੱਟ ਕਮਾਏ ਆ, ਸੱਜਣ ਬੜੇ ਕਮਾਏ ਦੁਨੀਆ ਤੇ। ਜੀ। ਤੇ ਮੇਰੇ ਮਿੱਤਰ ਦੇ ਜੀਜੇ ਨੇ ਗਰੁੱਪ ਲੈ ਕੇ ਜਾਣਾ ਸੀ ਅਮਰੀਕਾ ਦੇ ਵਿੱਚ। ਤੇ ਉਹ ਕਹਿੰਦਾ ਯਾਰ ਤੂੰ ਨਾਲ ਆ, ਹਨਾ। ਜੀ। ਤੇ ਦੇਖੋ ਮੈਂ ਇੱਕ ਗੀਤ ਤੇ ਪਹਿਲਾ ਵੀਜ਼ਾ ਜਿਹੜਾ ਉਹ 98 ਦੇ ਵਿੱਚ ਮੇਰੇ ਉਹ ਅਮਰੀਕਾ ਦਾ ਜਿਹੜਾ ਪਹਿਲਾ ਵੀਜ਼ਾ ਲੱਗ ਗਿਆ ਸੀ। ਜੀ। ਤੇ ਮੇਰੇ ਰਿਸ਼ਤੇਦਾਰ ਤਕਰੀਬਨ ਮੇਰੀ ਫੈਮਿਲੀ ਸਾਰੀ ਬਾਹਰ ਬੈਠੀ ਆ, ਮੈਂ ਇਕੱਲਾ ਹੀ ਇੱਥੇ ਆ। ਜੀ। ਉਹ ਸਾਰੇ ਕਹਿਣ ਹੁਣ ਤਾਂ ਤੂੰ ਸਬੱਬੀ ਆ ਗਿਆ ਆ, ਹੁਣ ਨਾ ਜਾਈ, ਹੁਣ ਮੌਕਾ ਮਿਲ ਗਿਆ ਬਹੁਤ ਜ਼ਿਆਦਾ ਜੀ। ਪਰ ਮੈਂ ਨਵੇਂ ਜਿਹੜਾ ਬੰਦਾ ਹੁੰਦਾ ਉਹਨੂੰ ਮੌਕਾ ਮਿਲਦਾ ਨਾ ਇੱਕ ਦੋ ਗੀਤ ਪਹਿਲੇ ਗਾਉਣ ਨੂੰ। ਜਦੋਂ ਮੈਂ ਇੱਕ ਦੋ ਗੀਤ ਉੱਥੇ ਗਾਉਂਦਾ ਸੀ ਪਹਿਲੇ, ਤਾਂ ਮੈਂ ਜਿਹੜੀ ਮੁਹੱਬਤ ਉੱਥੋਂ ਮਿਲੀ ਪੰਜਾਬੀਆਂ ਤੋਂ, ਅਪਣੱਤ ਮਿਲੀ, ਜਿਹੜੀ ਮੋਹ ਮਿਲਿਆ, ਉਹ ਇੰਨਾ ਕੁ ਦਿਲ ਨੂੰ ਟੁੰਬ ਗਿਆ। ਫਿਰ ਇਹ ਸੋਚ ਲਿਆ ਵੀ ਨਹੀਂ ਹੁਣ ਇੱਥੇ ਨਹੀਂ ਰਹਿਣਾ, ਹੁਣ ਜਾ ਕੇ ਹੋਰ ਸਿੱਖਣਾ ਆ, ਸਿੱਖ ਕੇ ਹੁਣ ਗਾਉਣਾ ਆ, ਹਨਾ। ਦਿਲ ਦੇ ਵਿੱਚ ਇੱਕ ਜਨੂਨ ਸੀਗਾ। ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ 17 ਦਿਨਾਂ ਬਾਅਦ ਵਾਪਸ ਆ ਗਿਆ ਸੀ ਉੱਥੋਂ। ਆ ਕੇ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ। ਤੇ ਮੈਂ ਸਿੱਖ ਕੇ ਜਿਹੜਾ ਇਹਦੇ ਵਿੱਚ ਇਹਦੀ ਗਾਇਕੀ ਲਾਈਨ ਦੇ ਵਿੱਚ ਸਿੱਖ ਕੇ ਆਇਆ ਮੈਂ। ਜੀ। ਸਰ ਜੇ ਗੱਲ ਕੀਤੀ ਜਾਵੇ ਹੁਣ ਤੱਕ ਤੁਹਾਡੀਆਂ ਕਿੰਨੀਆਂ ਟੇਪ ਅਤੇ ਕਿੰਨੇ ਸਿੰਗਲ ਟਰੈਕ ਨੇ ਜਿਹੜੇ ਕਿ ਆ ਚੁੱਕੇ ਨੇ, ਤੇ ਕਿਹੜੇ ਇਹੋ ਜਿਹੇ ਫੇਮਸ ਤੁਹਾਡੇ ਸੌਂਗ ਨੇ ਜਿਹੜੇ ਅਜੇ ਵੀ ਲੋਕਾਂ ਦੀ ਜ਼ੁਬਾਨ ਉੱਪਰ ਨੇ? ਫੇਮਸ ਦੇ ਵਿੱਚ ਤਾਂ ਜੱਟ ਵੈਲੀ ਹੋ ਗਿਆ, ਨੀ ਜੱਟ ਦੀਆਂ ਚੜ੍ਹਤਾਂ ਤੇ ਸੜਦਾ ਪਿੰਡ ਸਰ, ਬਾਬੇ ਦੀ ਫੁੱਲ ਕਿਰਪਾ, ਖਿੜਕੀ ਖੜਖੜ ਕਰਦੀ ਏ ਤੂਤਾਂ ਵਾਲੇ ਖੂਹ ਦੇ ਉੱਤੇ। ਜੀ। ਬਹੁਤ ਹੋਰ ਵੀ ਗੀਤ ਹੈਗੇ। ਹੁਣ ਮੈਨੂੰ ਟੇਪਾਂ ਮੈਂ ਬਹੁਤ ਘੱਟ ਕੀਤੀਆਂ ਜੀ। ਓਕੇ। ਟੇਪਾਂ ਮੇਰੇ ਖਿਆਲ ਦੇ ਨਾਲ 6 ਹੀ ਆਈਆਂ ਹੋਣੀਆਂ ਮੇਰੀਆਂ। ਮੈਂ 2 ਸਾਲਾਂ ਬਾਅਦ ਜਾ ਕੇ ਕਿਤੇ ਟੇਪ ਕਰਦਾ ਸੀ। ਦੇਖੋ ਗੀਤ ਉਦਾਂ ਦੇ ਹੋਣੇ ਚਾਹੀਦੇ ਆ ਜਿਹਨਾਂ ਦਾ ਅਸਰ ਸਦੀਵੀ ਰਵੇ। ਠੀਕ ਹੈ ਜੀ। ਤੇ ਜੇ ਅਸਰ ਹੀ ਨਹੀਂ ਦਿੰਦਾ ਉਹ ਗੀਤ ਗਾਉਣ ਦਾ ਫਾਇਦਾ ਕੀ ਹੈ? ਮੈਂ ਟੇਪ ਹਮੇਸ਼ਾ 2-2 ਸਾਲਾਂ ਬਾਅਦ ਹੀ ਕੱਢੀ ਹੈ, ਜਦੋਂ ਕੱਢੀ ਹੈ। ਤੇ ਗੀਤ ਮੈਨੂੰ ਅੱਜ ਵੀ ਲੱਗਦਾ ਕਿ ਜੇ ਉਹੀ ਗੀਤ ਜਿਹੜੇ 20 ਸਾਲ ਦਾ ਮੇਰਾ ਸਫ਼ਰ ਹੈ ਜ਼ਿੰਦਗੀ ਦਾ ਗਾਇਕੀ ਦਾ, ਉਹੀ ਗੀਤ ਮੈਨੂੰ ਅੱਜ ਵੀ ਰੋਟੀ ਉਹੀ ਗੀਤ ਖਵਾ ਰਹੇ ਆ ਜਿਹੜੇ ਮੈਂ ਅੱਜ ਤੋਂ 15 ਸਾਲ 14 ਸਾਲ 12 ਸਾਲ ਪਹਿਲਾਂ ਕੱਢੇ ਸੀ, ਉਹ ਅੱਜ ਵੀ ਉਹੀ ਵੱਜ ਰਹੇ ਆ। ਜੀ। ਠੀਕ ਹੈ ਨਾ। ਹੁਣ ਤਾਂ ਹਾਜ਼ਰੀ ਹੈ ਕਿ ਹਾਜ਼ਰੀ ਲਵਾਈ ਦੀ ਆ। ਹੁਣ ਕੋਈ ਜ਼ਮਾਨਾ ਸਿੰਗਲ ਟਰੈਕ ਦਾ ਆ ਗਿਆ। ਹੁਣ ਸਿੰਗਲ ਟਰੈਕ ਇੱਕ ਕਰ ਲਿਆ, ਕਦੀ 2 ਕਰ ਲਏ, ਸਾਲ 'ਚ ਕਦੀ 3 ਕਰ ਲਏ। ਹੁਣ ਤਾਂ ਇੱਕ ਹਾਜ਼ਰੀ ਹੁੰਦੀ ਆ। ਠੀਕ ਹੈ ਨਾ। ਵੀ ਅਸੀਂ ਹਜੇ ਗਾਉਂਦੇ ਆ। ਜੀ। ਸਰ ਜੇ ਗੱਲ ਕੀਤੀ ਜਾਵੇ ਇਸ ਸਮੇਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸਾਨੀ ਸੰਘਰਸ਼ ਨੂੰ ਜਿਹੜੇ 8 ਮਹੀਨੇ ਦਾ ਸਮਾਂ ਹੈ ਬੀਤ ਚੁੱਕਿਆ ਹੈ ਕਿ ਸਾਡੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ ਦਿੱਲੀ ਦੀਆਂ ਸਰਹੱਦਾਂ ਤੇ। ਸੋ ਇਸ ਦੇ ਨਾਲ ਹੀ ਤੁਸੀਂ ਸੌਂਗ ਰਿਕਾਰਡ ਕੀਤਾ ਹੈ, ਤੇ ਇਸ ਅੰਦੋਲਨ ਦੇ ਬਾਰੇ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਅੰਦੋਲਨ ਦੇ ਵਿੱਚ ਤਾਂ ਜੀ ਮੈਂ ਪਹਿਲੇ ਦਿਨ ਤੋਂ ਹੀ ਤੁਰਿਆ ਆਇਆ ਰੀਨਾ ਜੀ। ਕਿਉਂਕਿ ਜੇ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ, ਜੇ ਕਿਸੇ ਦੀ ਜ਼ਮੀਨ ਨਹੀਂ ਜ਼ਮੀਰ ਤਾਂ ਹੈ ਨਾ ਜੀ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਖੜਨਾ ਚਾਹੀਦਾ। ਕਿਉਂਕਿ ਤੁਸੀਂ ਇਹਨਾਂ ਦੀਆਂ ਚਾਲਾਂ ਨਹੀਂ ਸਮਝ ਸਕਦੇ ਨਾ ਗਵਰਨਮੈਂਟਾਂ ਦੀਆਂ। ਇਹ ਗਵਰਨਮੈਂਟਾਂ ਕਰ ਕੀ ਰਹੀਆਂ ਤੁਹਾਡੇ ਨਾਲ ਜੀ। ਇਹ ਸਿਰਫ ਵਪਾਰੀ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਲੋਕ ਨੇ। ਚਾਹੇ ਆਹ ਗਵਰਨਮੈਂਟ ਸੀ, ਚਾਹੇ ਪਿਛਲੀ ਆ, ਕੋਈ ਵੀ ਹੋਣ, ਇਹ ਖੇਡਦੇ ਵਪਾਰੀਆਂ ਦੇ ਹੱਥਾਂ ਦੇ ਵਿੱਚ ਆ। ਗਰੀਬ ਹੋਰ ਗਰੀਬ ਹੁੰਦਾ ਜਾਂਦਾ। ਜੇ ਅਸੀਂ ਗਰੀਬ ਨਾ ਹੁੰਦੇ ਹੋਈਏ, ਕੀ ਰੀਜਨ ਹੈ ਜਿਹਨਾਂ ਲੋਕਾਂ ਨੂੰ ਅਸੀਂ ਆਪਣੇ ਦੇਸ਼ ਚੋਂ ਕੱਢਿਆ ਸੀਗਾ? ਠੀਕ ਹੈ ਜੀ। ਲੜਾਈਆਂ ਲੜ ਕੇ ਆਜ਼ਾਦੀ ਲਈ। ਅੱਜ ਕੀ ਹਾਲਾਤ ਕਿਉਂ ਇਦਾਂ ਦੇ ਬਣ ਗਏ ਕਿ ਅੱਜ ਪੈਸੇ ਲਾ ਕੇ ਅਸੀਂ ਉਹਨਾਂ ਲੋਕਾਂ ਦੇ ਕੋਲ ਫੇਰ ਜਾ ਰਹੇ ਹਾਂ? ਕਿਉਂ ਕਿ ਇਹਨਾਂ ਗਵਰਨਮੈਂਟਾਂ ਨੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਹੀ ਨਹੀਂ ਦਿੱਤਾ। ਠੀਕ ਹੈ ਜੀ। ਵੋਟ ਬੈਂਕ ਦੇ ਚੱਕਰ ਦੇ ਵਿੱਚ ਸਾਨੂੰ ਉਲਝਾ ਕੇ ਰੱਖਿਆ। ਸਾਨੂੰ ਧਰਮਾਂ ਦੇ ਨਾਂ ਤੇ ਇਹਨਾਂ ਨੇ ਲੜਾਇਆ। ਨੀਤੀ ਉਹਨਾਂ ਗੋਰਿਆਂ ਵਾਲੀ ਇਹਨਾਂ ਨੇ ਰੱਖੀ ਆ। ਇਹ ਉਹਨਾਂ ਨੂੰ ਵੀ ਭੈੜੇ ਆ, ਉਹਨਾਂ ਨੂੰ ਵੀ ਮਾੜੇ ਆ। ਉਹ ਤਾਂ ਫੇਰ ਵੀ ਕੁਝ ਦੇਸ਼ ਦੇ ਵਿੱਚ ਬਣਾ ਕੇ ਗਏ ਸੀ ਨਾ। ਇਹਨਾਂ ਨੇ ਤਾਂ ਦੇਸ਼ ਨੂੰ ਵੇਚਿਆ, ਬਣਾਇਆ ਕੁਝ ਨਹੀਂ, ਦੇਸ਼ ਨੂੰ ਵੇਚ ਰਹੇ ਨੇ ਇਹ। ਠੀਕ। ਇਹ ਉਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਨੇ। ਇੱਕ 10% ਲੌਬੀ ਆ, ਉਹ ਕੋਈ ਵੀ ਪਾਰਟੀ ਹੋਵੇ, ਸਾਰੇ ਰੜੇ ਮਿਲੇ ਆ। 90% ਸਾਡੇ ਵਰਗੇ ਲੋਕਾਂ ਨੂੰ, ਜਿਹੜੀ ਸਾਡੀ ਲੌਬੀ 90% ਅਸੀਂ ਲੋਕ ਆ, ਉਹ ਸਾਨੂੰ ਬੇਵਕੂਫ ਬਣਾ ਰਹੇ ਆ। ਤੇ ਅਸੀਂ ਨਿਰੰਤਰ ਬਣਦੇ ਜਾ ਰਹੇ ਹਾਂ। 10% ਇੱਕ ਲੌਬੀ ਜਿਹੜੀ ਘਰਾਣਿਆਂ ਦੇ ਨਾਲ ਰਲ ਕੇ ਤੁਹਾਨੂੰ ਬੇਵਕੂਫ ਬਣਾ ਰਹੀ ਹੈ, ਔਰ ਅਸੀਂ ਬਣ ਰਹੇ ਹਾਂ। ਅੱਜ ਸੁਚੇਤ ਹੋਣ ਦੀ ਲੋੜ ਆ। ਔਰ ਬਾਕੀ ਗੱਲ ਰਹਿ ਗਈ ਕਿਸਾਨੀ ਸੰਘਰਸ਼ ਦੀ। ਐਤਕੀ ਪੱਤਾ ਗਲਤ ਚੱਕ ਲਿਆ ਇਹਨਾਂ ਨੇ ਕਿਸਾਨੀ ਵਾਲਾ। ਅੱਗੇ ਤਾਂ ਕਦੀ ਹਿੰਦੂਆਂ ਨਾਲ ਮੁਸਲਮਾਨ ਲੜਾਤੇ, ਮੁਸਲਮਾਨਾਂ ਦਾ ਸਿੱਖ ਲੜਾਤੇ, ਕਦੀ ਕਿਸੇ ਨਾਲ ਕੋਈ ਲੜਾਤਾ, ਕੋਈ ਕਿਸੇ ਤੋਂ ਮੁਰਵਾਤਾ। ਹੁਣ ਚੱਕਰ ਹੈ ਕਿ ਜਿਹੜੀ ਕਿਸਾਨੀ ਵਾਲਾ ਪੱਤਾ ਚੱਕ ਬੈਠੇ ਆ। ਤੇ ਕਿਸਾਨ ਕੱਲਾ ਪੱਗ ਵਾਲਾ ਨਿਗਾ, ਕਿਸਾਨ ਕੱਲਾ ਜਿਹੜਾ ਉਹ ਸਰਦਾਰ ਨਿਗਾ ਜੀ। ਅੱਜ ਮੈਂ ਹਰ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦਾ, ਮੇਰੀ ਜਿਹੜੀ ਜ਼ਮੀਨ ਮੈਂ ਠੇਕੇ ਦੇ ਦਿੱਤੀ, ਲਾਂਬੜੇ ਦੇ ਪੰਡਤ ਬਾਉਂਦੇ ਨੇ, ਕੀ ਉਹ ਕਿਸਾਨ ਨਹੀਂ? ਉਹ ਕਿਸਾਨ ਆ ਜਿਹੜੇ ਖੇਤੀ ਕਰ ਰਹੇ। ਮਿੱਟੀ ਨਾਲ ਮਿੱਟੀ ਹੋ ਕੇ ਜਿਹੜਾ ਕੰਮ ਕਰਦਾ ਇਨਸਾਨ, ਹਰ ਬੰਦਾ ਕਿਸਾਨ ਆ। ਹੁਣ ਦੇਖੋ ਤੁਸੀਂ, ਪੂਰਾ ਇੰਡੀਆ ਕਿਉਂ ਇਕੱਠਾ ਹੋ ਗਿਆ?
ਸਾਰੇ ਕਿਸਾਨ ਆ, ਹਿਮਾਚਲ ਵਾਲੇ ਵੀ ਆ, ਹਰਿਆਣੇ ਵਾਲੇ ਵੀ ਆ, ਜੀ ਯੂਪੀ ਵਾਲੇ ਵੀ ਆ, ਰਾਜਸਥਾਨ ਵਾਲੇ ਵੀ ਆ, ਸਾਰੇ ਕਿਸਾਨ ਆ ਇਕੱਠੇ ਹੋ ਗਏ ਆਪਣੇ ਹੱਕਾਂ ਲਈ। ਜੀ ਸਾਡੇ ਬਾਬੇ ਨੇ ਬਹੁਤ ਚਿਰ ਪਹਿਲਾਂ ਗੱਲ ਇਹ ਕਹਿਤੀ ਸੀਗੀ, ਬਾਬੇ ਨਾਨਕ ਨੇ ਜੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਾਣੀ ਧਰਤੀ ਨੂੰ ਮਾਂ ਦਾ ਮਾਂ ਦਰਜਾ ਦਾ ਦਿੱਤਾ ਦਰਜਾ। ਗਿਆ। ਠੀਕ ਹੈ, ਅਸੀਂ ਇਹਨਾਂ ਦਾ ਪੇਟ ਪਾਲਣ ਲਈ, ਜੀ ਪੂਰੇ ਇੰਡੀਆ ਦਾ ਢਿੱਡ ਭਰਨ ਦੇ ਲਈ ਅਸੀਂ ਆਪਣੀ ਜ਼ਮੀਨ ਵੀ ਖਰਾਬ ਕਰ ਲਈ, ਖਾਦਾਂ ਸਪਰੇਆਂ ਪਾ ਕੇ ਜੀ ਅਸੀਂ ਆਪਣੇ ਪਾਣੀ ਵੀ ਖਰਾਬ ਕਰ ਲਿਆ, ਤਾਂ ਆਬੋ ਹਵਾ ਵੀ ਖਰਾਬ ਕਰ ਲਈ। ਕਰ ਲਈ। ਤੇ ਇਹ ਨਾ ਸ਼ੁਕਰੇ ਇੰਨੇ ਆ ਕਿ ਇਹਨਾਂ ਨੇ ਕਦੀ ਪੰਜਾਬ ਦਾ ਸ਼ੁਕਰਗੁਜ਼ਾਰ ਅਦਾ ਕੀਤਾ ਹੀ ਨਹੀਂ ਅੱਜ ਤੱਕ। ਜੀ ਪੰਜਾਬ ਕੱਲਾ ਸਰਦਾਰਾਂ ਦਾ ਨਹੀਂ, ਪੰਜਾਬ ਕੱਲਾ ਸਿੱਖਾਂ ਦਾ ਨਿਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿਸਟਰੀ ਆ ਇਹ ਜੀ ਕਿ ਜਿਹੜੇ ਸਿੱਖ ਸੀਗੇ ਉਹ 6.5% ਸੀ, ਜੀ 42% ਹਿੰਦੂ ਸੀ, ਬਾਕੀ ਮੁਸਲਮਾਨ ਸੀ। ਠੀਕ ਹੈ ਜੀ। ਔਰ ਉਹਦਾ ਰਾਜ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਪੂਰੀ ਦੁਨੀਆ ਦੇ ਵਿੱਚ 5000 ਬੁੱਧੀਜੀਵੀਆਂ ਨੇ 3001 ਸਾਲ ਦਾ ਰਿਕਾਰਡ ਕੱਢਿਆ ਕਿ ਕਿਹੜਾ ਰਾਜਾ ਵਧੀਆ ਹੋਇਆ 3000 ਸਾਲ ਚ। ਤੁਸੀਂ ਤਾਂ ਪਤਾ, ਤੁਸੀਂ ਬੁੱਧੀਜੀਵੀ ਹੋ, ਤੁਹਾਨੂੰ ਪਤਾ ਕੌਣ ਨਿਕਲਿਆ? ਮਹਾਰਾਜਾ ਰਣਜੀਤ ਸਿੰਘ ਨਿਕਲਿਆ। ਜੇ ਯੋਧੇ ਦੀ ਗੱਲ ਕਰੀਏ ਤਾਂ ਯੋਧਾ ਕੌਣ ਨਿਕਲਿਆ? ਹਰੀ ਸਿੰਘ ਨਲੂਆ ਨਿਕਲਿਆ। ਜਾਣੀ ਰਾਜ ਵੀ ਸਾਡਾ ਵਧੀਆ ਸੀ ਤੇ ਯੋਧੇ ਵੀ ਸਾਡੇ ਚੰਗੇ ਸੀ। ਤੇ ਅਸੀਂ ਅੱਜ ਵੀ ਦੇਖੋ ਤਰਾਸਦੀ ਕੈਸੀ ਆ, ਸਾਨੂੰ ਅੱਜ ਵੀ ਰੋਲ ਰਹੇ ਨੇ, ਅਸੀਂ ਰੁੜ ਰਹੇ ਆ ਪੰਜਾਬੀ। ਠੀਕ ਹੈ ਨਾ। ਔਰ ਪੰਜਾਬੀ ਮਾਰਸ਼ਲ ਕੌਮ ਆ, ਚਾਹੇ ਧੱਕਾ ਮੁਗਲਾਂ ਨੇ ਕੀਤਾ ਤਾਂ ਵੀ ਖੜ ਗਏ, ਚਾਹੇ ਗੋਰਿਆਂ ਨੇ ਕੀਤਾ ਤਾਂ ਵੀ ਖੜ ਰਹੇ, ਹੁਣ ਇਹਨਾਂ ਨੇ ਕੀਤਾ ਤਾਂ ਵੀ ਪੰਜਾਬੀ ਮੂਹਰੇ ਖੜੇ ਆ। ਖਾਣਾ ਪੰਜਾਬੀਆਂ ਨੇ। ਪੰਜਾਬੀ ਦੇ ਵਿੱਚ DNA ਇਹ ਆ, ਕਿਸੇ ਵੀ ਧਰਮ ਜਾਤ ਮਜ਼ਹਬ ਦਾ ਬੰਦਾ ਹੋਵੇ ਜਿਹੜਾ ਪੰਜਾਬ ਦੇ ਵਿੱਚ ਜੰਮਿਆ, ਜਿਹਨੇ ਪੰਜਾਬ ਦੀ ਸਰ ਜ਼ਮੀਨ ਮਿੱਟੀ ਦਾ ਜਿਹੜਾ ਅਨਾਜ ਖਾ ਲਿਆ, ਉਹਦਾ ਜਿਹੜਾ DNA ਹੈ ਨਾ, ਉਹ ਅਣਖ ਵਾਲਾ ਆ। ਉਹ ਮਰ ਤਾਂ ਸਕਦਾ ਆ, ਝੁਕਦਾ ਨਹੀਂ ਪੰਜਾਬੀ। ਜੀ। ਔਰ ਸਭ ਤੋਂ ਵੱਡੇ ਦੇਸ਼ ਭਗਤ ਅਸੀਂ ਆ। ਸਾਡੇ ਤੋਂ ਵੱਡੀ ਦੇਸ਼ ਭਗਤੀ ਕਿਸੇ 'ਚ ਵੀ ਨਹੀਂ। ਕਿਉਂ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬੀਆਂ ਦੀਆਂ। ਅੱਜ ਵੀ ਜਦੋਂ ਸਰਹੱਦਾਂ ਤੋਂ ਲਾਸ਼ਾਂ ਲਿਫਟ ਕੇ ਆਉਂਦੀਆਂ, ਉਹ ਤਿਰੰਗੇ ਝੰਡੇ ਵਿੱਚ ਲਿਫਟ ਕੇ ਆਉਂਦੀਆਂ, ਸਾਡੇ ਭਰਾਵਾਂ ਦੀਆਂ, ਸਾਡੇ ਬੱਚਿਆਂ ਦੀਆਂ। ਠੀਕ ਹੈ ਜੀ। ਤੇ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ। ਇਹ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਤਾਂ ਖੁਦ ਗਦਾਰ ਲੋਕ ਸੀਗੇ ਜੀ। ਇਹ ਤਾਂ ਹਿਸਟਰੀ ਬੋਲਦੀ ਹੈ ਕਿ ਇਹ ਗਦਾਰ ਲੋਕ ਨੇ। ਠੀਕ ਹੈ ਜੀ। ਤੇ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਉਹਨਾਂ ਨੂੰ ਇਹ ਗੱਲਾਂ ਦੱਸਾਂਗੇ। ਠੀਕ ਹੈ ਨਾ। ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਵਾਹਿਗੁਰੂ ਦੀ ਨਿਗਾਹ ਦੇ ਵਿੱਚ ਸੱਚੇ ਰਹੋ, ਤੁਸੀਂ ਸੱਚੇ ਹੋ ਕੇ ਚੱਲੋ। ਆ ਦੇਖਿਓ ਕਿਸਾਨ ਅੰਦੋਲਨ ਜਿਹੜਾ, ਇਹਦੀ ਵੀ ਜਿੱਤ ਹੋਊਗੀ। ਠੀਕ ਹੈ ਨਾ। ਤੁਸੀਂ ਕਿਸੇ ਦੇ ਘਰ ਤੇ ਡਾਕਾ ਮਾਰਨ ਆ ਗਏ ਹੋ, ਤੁਸੀਂ ਦੇਣਾ ਤਾਂ ਕਿਸੇ ਨੂੰ ਕੀ, ਉਹਦਾ ਖੋਹਣ ਆ ਗਏ। ਰੀਨਾ ਜੀ ਕਈ ਵਾਰੀ ਕਹਿੰਦੇ ਗਾਣਿਆਂ ਦੇ ਵਿੱਚ ਜੱਟ ਕੱਲ ਹੀ ਹੁੰਦਾ, ਜੱਟ ਕੱਲ ਹੀ ਹੁੰਦਾ। ਜੱਟ ਕੱਲਾ, ਮੈਂ ਪਹਿਲਾਂ ਕਹਿ ਕੇ ਹਟਿਆ, ਕੱਲਾ ਪੱਗ ਵਾਲਾ ਨਹੀਂਗਾ। ਜੱਟ ਉਹ ਹਰ ਇਨਸਾਨ ਹੈ ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦਾ। ਤੇ ਜੱਟ ਦਾ ਨਾਂ ਹੀ ਕਿਸਾਨ ਹੈ, ਕਿਸਾਨ ਦਾ ਨਾਂ ਹੀ ਜੱਟ ਹੈ। ਤੁਸੀਂ ਮੈਂ ਤੁਹਾਡੀ ਗੱਲ ਟੋਕਣ ਲੱਗੀ ਹਾਂ, ਤੁਸੀਂ ਇੱਕ ਆਪਣੀ ਇੰਟਰਵਿਊ ਦੇ ਵਿੱਚ ਵੀ ਪਿੱਛੇ ਜੇ ਕਿਹਾ ਸੀ ਵੀ ਤੁਸੀਂ ਕਿਸਾਨ ਨੂੰ ਉਸ ਸਮੇਂ ਜੱਟ ਦਾ ਹੀ ਦਰਜਾ ਦਿੱਤਾ ਸੀ, ਜਦਕਿ ਇਹ ਦੋਨੋਂ ਚੀਜ਼ਾਂ ਜਿਹੜੀਆਂ ਅਲੱਗ ਨੇ, ਹਨਾ। ਕਿਸਾਨ ਆ ਜਿਹੜਾ ਉਹ ਇੱਕ ਕਿੱਤਾ ਆ, ਕਿਸਾਨੀ ਕਰਦੇ ਅਸੀਂ, ਉਹ ਇੱਕ ਕਿੱਤਾ ਆ। ਤੇ ਜੱਟ ਆ ਜਿਹੜੀ ਉਹ ਕਾਸਟ ਆ, ਅਲੱਗ ਤੋਂ ਆ ਜਾਂਦੀ ਆ। ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ 'ਚ ਕਿਸ ਤਰ੍ਹਾਂ ਮੇਲ ਕੇ ਦੇਖਦੇ ਹੋ? ਰੱਬ ਨੇ ਮੈਨੂੰ ਦੱਸੋ ਇਨਸਾਨ ਬਣਾਇਆ, ਬੰਦਾ ਬੰਦੇ ਦਾ ਪੁੱਤ ਬਣ ਜਾਏ ਤਾਂ ਉਹੀ ਬਹੁਤ ਚੰਗੀ ਗੱਲ ਹੈ। ਠੀਕ ਹੈ ਜੀ। ਜਿਹੜੀਆਂ ਕਾਸਟਾਂ ਬਣਾਤੀਆਂ, ਇਹ ਕਾਸਟਾਂ ਕਿਉਂ ਬਣਾਈਆਂ ਗਈਆਂ ਮੈਨੂੰ ਦੱਸੋ। ਜਿਹੜਾ ਕੰਮ ਕੋਈ ਤਰਖਾਣਾ ਕਰਦਾ ਸੀਗਾ, ਉਹਨੂੰ ਤਰਖਾਣ ਕਹਿਤਾ ਜੀ। ਠੀਕ ਹੈ ਜੀ। ਜਿੱਦਾਂ ਦਾ ਕੋਈ ਕਿੱਤਾ ਕਰਦਾ ਸੀ, ਉਹਨੂੰ ਉਹ ਕਹਿਤਾ। ਤੇ ਜੱਟ ਵੀ ਉਹਨੂੰ, ਕਿਸਾਨ ਨੂੰ ਹੀ ਜੱਟ ਕਿਹਾ ਗਿਆ। ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਉਹਨੂੰ ਜੱਟ ਕਹਿ ਦਿੱਤਾ ਗਿਆ। ਤੁਸੀਂ ਦੇਖ ਲਓ ਕਿੱਤਿਆਂ ਦੇ ਹਿਸਾਬ ਦੇ ਨਾਲ ਜਿਹੜੀਆਂ ਇਹ ਲੋਕਾਂ ਦੇ ਵਿੱਚ ਇਹ ਕੰਮ ਕਰ ਦਿੱਤਾ। ਠੀਕ ਹੈ ਜੀ। ਮੈਂ ਪਹਿਲਾਂ ਵੀ ਕਹਿੰਦਾ ਸੀ, ਹੁਣ ਵੀ ਕਹਿੰਦਾ, ਜੱਟ ਹੀ ਕਿਸਾਨ ਹੈ। ਜਿਹੜਾ ਖੱਤਿਆਂ ਦੇ ਵਿੱਚ ਜੱਟ ਦੀ ਬਹੁਤ ਵੱਡੀ ਘਾਲਣਾ ਆਪਾਂ ਨੂੰ ਲੱਗਦਾ ਕਿ ਨਹੀਂ। ਤੁਸੀਂ ਦੇਖੋ 6 ਮਹੀਨੇ ਫਸਲ ਬੀਜ ਕੇ ਕੋਈ ਬਿਜ਼ਨਸ ਐਸਾ ਨਹੀਂ। ਅੱਜ ਤੁਸੀਂ ਇੱਥੇ ਰੇਹੜੀ ਲਾ ਲਓ ਬਰਗਰਾਂ ਦੀ, ਤੁਸੀਂ ਰੋਜ਼ ਪ੍ਰੋਫਿਟ ਲੈ ਕੇ ਘਰ ਨੂੰ ਜਾਂਦੇ ਹੋ, 200 400 500 ਲੈ ਕੇ ਜਾਂਦੇ ਹੋ। ਚਾਹੇ ਗੋਲ ਗੱਪਿਆਂ ਦੀ ਲਾ ਲਓ, ਕੋਈ ਵੀ ਕੰਮ ਕਰ ਲਓ। ਇੱਕ ਜੱਟ ਆ ਵਿਚਾਰਾ ਜਿਹੜਾ 6 ਮਹੀਨੇ ਫਸਲ ਬੀਜ ਕੇ ਤਾਂ ਅਰਦਾਸਾਂ ਕਰਦਾ। ਜਦੋਂ ਫਸਲ ਪੱਕੀ ਹੁੰਦੀ ਆ, ਉੱਤੋਂ ਗੜ ਹੁੰਦੀ ਆ, ਮੀਂਹ ਪੈਣ ਲੱਗਦਾ, ਫਿਰ ਅਰਦਾਸਾਂ ਕਰਦਾ। ਫਿਰ ਇੰਨੀ ਕਣਕ ਆਉਣੀ ਨਹੀਂ ਹੁੰਦੀ ਜਿੰਨੀਆਂ ਉਹਨੇ ਸੁੱਖਾਂ ਸੁੱਖੀਆਂ ਹੁੰਦੀਆਂ। ਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੀਪਾ ਮੰਦਿਰ ਦੇ ਵਿੱਚ ਇੱਕ ਪੀਪਾ ਜਠੇਰਿਆਂ ਦੇ। ਸਮਝਦੇ ਹੋ ਕਿੱਦਾਂ ਉਹਦੀ ਜਾਨ ਤੇ ਬਣੀ ਹੁੰਦੀ ਆ। ਫਿਰ 6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਜਿਹੜੀ ਉਹ ਘਾਲਣਾ ਘਾਲਦਾ। ਜੱਟ ਦੀ ਬਹੁਤ ਵੱਡੀ ਕੁਰਬਾਨੀ ਆ। ਦੇਖੋ ਕਿਸਾਨ ਦੀ ਬਹੁਤ ਵੱਡੀ ਕੁਰਬਾਨੀ। ਮੈਂ ਕਹਿੰਦਾ ਜੇ ਦੁਨੀਆ ਤੇ ਕਿਸਾਨ ਨਾ ਹੁੰਦਾ, ਜਿੰਦਾ ਕੋਈ ਇਨਸਾਨ ਨਾ ਹੁੰਦਾ। ਠੀਕ ਹੈ ਨਾ। ਇਹ ਕਿਸਾਨਾਂ ਕਰਕੇ ਆ, ਜਿਹਨੂੰ ਪੇਟ ਲੱਗਾ ਆ, ਜਿਹਨੂੰ ਭੁੱਖ ਲੱਗਦੀ ਆ,
ਜਿਹੜਾ ਰੋਟੀ ਖਾਂਦਾ, ਰੋਟੀ ਖਾਂਦਾ। ਇਹ ਹਰ ਉਸ ਬੰਦੇ ਦਾ ਅੰਦੋਲਨ ਹੈ, ਇਕੱਲੇ ਕਿਸਾਨ ਦਾ ਕਿਸਾਨ ਦਾ ਅੰਦੋਲਨ ਨਹੀਂ। ਨਹੀਂ। ਜੀ ਇਹ ਲੋਕਾਂ ਨੇ, ਤੁਸੀਂ ਅੱਜ ਹੁਣੇ ਉਦਾਹਰਨ ਲੈ ਲਓ, ਜੋ ਉਹ ਪਿੱਟਦੇ ਸੀਗੇ ਉਹ ਗੱਲਾਂ ਤਾਂ ਹੁਣੇ ਹੋ ਗਈਆਂ। ਇਹ ਘਰਾਣਿਆਂ ਨੇ ਜੀ ਉਹ ਜਿਹੜਾ ਟੀਰੀ ਜਿਹਾ ਅੱਖ ਵਾਲਾ ਰਾਮਦੇਵ ਜਾਂ ਕਾਣਾ ਜਿਹਾ, ਉਹਨੇ ਤਾਂ ਦੋ ਚੋਂ ਹੋਰ ਇਦਾਂ ਦੇ ਨੇ ਚੱਕ ਕੇ ਸਰੋਂ ਸਾਰੀ ਖਰੀਦ ਲਈ ਰਾਜਸਥਾਨ ਦੀ, ਜੀ। ਤੇ ਜਿੰਨੀ ਸੀ ਬਾਕੀ ਹਰਿਆਣੇ ਦੀ ਜਿੱਥੇ ਵੀ ਸਰੋਂ ਸੀ ਸਾਰੀ ਉਹਨਾਂ ਨੇ ਖਰੀਦ ਲਈ। ਜੀ ਸਰੋਂ ਖਰੀਦ ਕੇ ਜਿਹੜਾ ਤੇਲ ਤੁਹਾਨੂੰ 90 ਰੁਪਏ ਜਾਂ 85 ਰੁਪਏ ਜਾਂ 100 ਨੂੰ ਮਿਲਦਾ ਸੀ, ਜੀ। ਅੱਜ ਸਿੱਧਾ 100 ਰੁਪਏ ਚੱਕਤਾ ਨਾ ਸਰੋਂ ਦਾ ਤੇਲ ਦਾ ਰੇਟ। ਜੀ ਵਿਦ ਪ੍ਰੂਫ ਆ, ਇਹ ਕੋਈ ਆਮ ਤਾਂ ਗੱਲਾਂ ਹੈ ਨਹੀਂ ਜੀ, ਗਿਆ। ਜੀ। ਨਾਲੇ ਹੁਣ ਦੀ ਗੱਲ ਹੈ ਇਹ ਚੱਕਤਾ, ਕਿਉਂਕਿ ਜਦੋਂ ਵਪਾਰੀ ਘਰਾਣਿਆਂ ਦੇ ਹੱਥ ਹੱਥ ਤੁਹਾਡਾ ਸਾਰਾ ਸਾਰਾ ਕੁਝ ਆ ਜਾਣਾ, ਰੇਟ ਫੇ ਉਹ ਤੈਅ ਕਰਨਗੇ। ਜੀ। ਠੀਕ ਹੈ ਨਾ। ਆਪਾਂ ਕਹਿ ਦਿੰਦੇ ਆ ਜੀ ਗੱਡੀ ਦਾ ਪੈਟਰੋਲ ਜੀ ਜੇ ਹੈ ਉਹ ਹੈ, ਚਲੋ ਤਾਂ ਉਹ ਅਮੀਰਾਂ ਦੀ ਗੱਲ ਹੈ ਵੀ ਗੱਡੀਆਂ ਅਮੀਰਾਂ ਤੋਂ, ਤੁੜਕਾ ਤਾਂ ਗਰੀਬ ਵੀ ਲਾਉਂਦਾ ਵਿਚਾਰਾ, ਲਾਉਂਦਾ। ਤੇਲ ਤਾਂ ਗਰੀਬ ਨੂੰ ਵੀ ਚਾਹੀਦਾ। ਜੀ। ਇਹਨਾਂ ਨੇ ਹਰ ਬੰਦੇ ਨੂੰ ਮਾਰਨਾ ਲਿਆ ਆ। ਜੀ। ਮੈਂ ਤੁਹਾਨੂੰ ਕਹਿਤਾ ਕਿ ਇਹ ਘਰਾਣੇ ਆ, ਘਰਾਣੇ ਬਸ ਇਹ ਘਰਾਣੇ ਜਿਹੜੇ ਆ ਇਹ ਗੇਮ ਸਾਰੀ ਖੇਡਦੇ ਆ, ਜਿੰਨੇ ਆ ਰਾਜਨੇਤਾ ਆ, ਜਿੰਨੇ ਆ ਇਹਨਾਂ ਦੇ ਥਰੂ ਗੇਮ ਖੇਡਦੇ ਆ। ਦੂਸਰਾ ਸਾਡੇ ਮੁਲਕ ਨੂੰ ਕੀ ਕੀਤਾ, ਬਾਬੂਆਂ ਨੇ ਜਿਹੜੇ ਬੈਠੇ ਆ ਉਹਨਾਂ ਨੇ ਲੁੱਟਿਆ। ਜੀ ਠੀਕ ਹੈ ਜੀ, ਲੁੱਟਿਆ ਇਸ ਕਰਕੇ ਕਿ ਜਿੰਨੇ ਲੀਡਰ ਆਉਂਦੇ ਆ ਸਾਰੇ ਅਨਪੜ੍ਹ ਆ, ਜੀ ਪੜ੍ਹੇ ਲਿਖੇ ਤਾਂ ਬਹੁਤ ਘੱਟ ਆ, ਅੱਗੇ ਚੰਗਾ ਬੰਦਾ ਬਹੁਤ ਘੱਟ ਆ, ਸਮਝਦਾ ਨਾ। ਜਿਹੜਾ ਇਹ ਡਾਕੂ ਆਉਂਦੇ ਸਾਰੇ, ਹੁਣ ਤੁਸੀਂ ਦੇਖੋ ਜਿਹੜੀ ਪਾਰਲੀਮੈਂਟ ਦੇ ਵਿੱਚ ਕਿੰਨੇ ਜਿਹੜੇ ਕ੍ਰਿਮੀਨਲ ਕੇਸ ਇਹਨਾਂ ਦੇ ਉੱਤੇ ਜੀ ਹੈਗੇ। ਬਿਲਕੁਲ ਬਿਲਕੁਲ। ਠੀਕ ਹੈ, ਦਾਗੀ ਲੋਕ ਨੇ ਇਹ ਅਨਪੜ੍ਹ ਗੁੰਡੇ ਬਦਮਾਸ਼ ਲੋਕ ਆਏ ਨੇ, ਇਹਨਾਂ ਨੂੰ ਕੁਝ ਨਹੀਂ ਪਤਾ। ਇਹਨਾਂ ਨੂੰ ਚਲਾਉਂਦੇ ਕੌਣ ਆ, ਬਾਬੂ। ਜੀ ਜਿਨ੍ਹਾਂ ਨੇ ਵੀ ਚਲਾਉਣਾ ਉਹਨਾਂ ਨੇ ਵੀ ਲੁੱਟਣਾ। ਜੀ ਆਪ ਤਾਂ ਬੁੱਧੀਜੀਵੀ ਹੈ ਹੀ ਨਹੀਂ। ਇਸ ਕਰਕੇ ਇਹ ਲੌਬੀ ਜਿਹੜੀ ਆ ਇਹ ਭਾਰਤ ਨੂੰ, ਇੰਡੀਆ ਨੂੰ, ਹਿੰਦੁਸਤਾਨ ਨੂੰ ਲੁੱਟ ਕੇ ਖਾ ਗਈ। ਜੀ ਸਾਡਾ ਮੁਲਕ ਬਹੁਤ ਸੋਹਣਾ, ਜੀ ਭਾਰਤ ਵਰਗਾ ਦੁਨੀਆ ਦੇ ਉੱਤੇ ਮੈਨੂੰ ਲੱਗਦਾ ਕੋਈ ਮੁਲਕ ਨਹੀਂ। ਮੈਂ 46 ਮੁਲਕ ਦੁਨੀਆ ਦੇ ਘੁੰਮੇ ਆ, ਪਰ ਇਦਾਂ ਦੀ ਕੰਟਰੀ ਮੈਨੂੰ ਅੱਜ ਤੱਕ ਨਹੀਂ ਕਿਤੇ ਦਿਸੀ। ਹਰ ਤਰ੍ਹਾਂ ਦਾ ਮੌਸਮ ਲੈ ਸਕਦੇ ਹੋ ਤੁਸੀਂ ਜੀ ਬਿਲਕੁਲ। ਸਾਡੇ ਮੁਲਕ ਦੇ ਵਿੱਚ ਹਰ ਚੀਜ਼, ਹਰ ਸ਼ੈ ਜਿਹੜੀ ਉਹ ਇੱਥੇ ਉਗਦੀ ਆ। ਮੈਂ ਆਪਣੀ ਹਵੇਲੀ ਦੇ ਵਿੱਚ ਤੁਹਾਨੂੰ ਦੱਸਦਾ ਕਿ ਮੈਂ ਚੀਕੂ ਲਾ ਲਿਆ ਕੇ 4 ਸਾਲ ਪਹਿਲਾਂ ਬੂਟੇ ਮੈਂ ਬਦਾਮਾਂ ਦੇ ਲਾ ਲਏ। ਠੀਕ ਹੈ ਜੀ, ਉਹ ਠੋਕ ਕੇ ਹੁਣ ਚੀਕੂ ਵੀ ਲੱਗਦੇ ਆ, ਬਦਾਮ ਵੀ ਲੱਗੇ, ਹੁਣ ਵੀ ਵਿਦ ਪ੍ਰੂਫ ਹੈਗਾ ਬਦਾਮ ਲੱਗਦੇ। ਮੈਂ ਹੈਰਾਨ ਆ ਕਿ ਸਾਡੀ ਕੈਸੀ ਧਰਤੀ ਆ, ਤੁਸੀਂ ਜੋ ਮਰਜ਼ੀ ਉਗਾਈ ਉਹ ਗਾ ਸਕਦੇ ਆ। ਕਿਹੜੀ ਚੀਜ਼ ਹੈ ਜਿਹੜੀ ਇੱਥੇ ਨਹੀਂ ਹੁੰਦੀ। ਪਰ ਬਦਕਿਸਮਤੀ ਸਾਡੀ ਇਹ ਆ, ਤਰਾਸਦੀ ਇਹ ਆ ਕਿ ਇਹਨਾਂ ਗੌਰਮੈਂਟਾਂ ਨੇ ਸਾਡੇ ਲਈ ਕਦੇ ਕੁਝ ਨਹੀਂ ਕੀਤਾ ਤੇ ਨਾ ਹੀ ਇਹ ਕਰਨਾ ਚਾਹੁੰਦੀਆਂ ਨੇ। ਜੀ ਠੀਕ ਹੈ ਨਾ। ਮੈਂ ਕਈ ਵਾਰੀ ਅੱਗੇ ਵੀ ਗੱਲ ਇਹ ਕਰ ਚੁੱਕਾ ਇੰਟਰਵਿਊਆਂ ਦੇ ਵਿੱਚ। ਭਗਤ ਸਿੰਘ ਦਾ ਅਕਸ ਇਹਨਾਂ ਨੇ ਇੱਕ ਹੋਰ ਹੀ ਪੇਸ਼ ਕੀਤਾ, ਉਹਦਾ ਪੈਸਟਲ ਨੂੰ ਹੱਥ ਪਾ ਕੇ ਤਾਂ ਮੋਸ਼ਨ ਨੂੰ ਹੈ। ਠੀਕ ਹੈ ਜੀ, ਉਹਦਾ ਕਰੈਕਟਰ ਕੀਤਾ ਹੋਰ ਹੀ ਤਰ੍ਹਾਂ ਦਾ ਸ਼ੋਅ ਕੀਤਾ ਲੋਕਾਂ ਦੇ ਵਿੱਚ। ਜੀ ਉਹਦੀ ਵਿਚਾਰਧਾਰਾ ਅੱਜ ਤੱਕ ਕਿਸੇ ਨੇ ਦੱਸੀ ਹੈ? ਜੀ 23 ਸਾਲ ਦੀ ਉਮਰ ਦੇ ਵਿੱਚ ਉਹਦੇ ਕੀ ਥਾਟ ਸੀ, ਕੀ ਵਿਚਾਰਧਾਰਾ ਸੀ? ਜੀ ਉਹਨੂੰ ਪੜ੍ਹੋ ਤਾਂ ਸਹੀ, ਤੁਹਾਡਾ ਦਿਮਾਗ ਹਿੱਲ ਜਾਂਦਾ ਕਿ 23 ਸਾਲ ਦੀ ਉਮਰ ਦੇ ਵਿੱਚ ਬੰਦਾ ਐਡਾ ਬੁੱਧੀਜੀਵੀ ਸੀ, ਐਡੀ ਵਧੀਆ ਇਸ ਬੰਦੇ ਦੀ ਸੋਚ ਸੀ। ਇਹ ਤਾਂ ਆਜ਼ਾਦੀ ਉਹਨੇ ਮੰਗੀ ਨਹੀਂ ਸੀ। ਜੀ ਜਿਹੜੀ ਆਜ਼ਾਦੀ ਆ ਸਾਨੂੰ ਮਿਲੀ ਆ। ਜੀ। ਅੱਛਾ, ਡਾਕਟਰ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ, ਜੀ ਠੀਕ ਹੈ ਜੀ, ਉਹਨਾਂ ਦੀ ਜਿਹੜੀ ਆ ਵਿਚਾਰਧਾਰਾ ਸੀਗੀ ਉਹ ਬੜੇ ਪ੍ਰਭਾਵਿਤ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ। ਜੀ ਠੀਕ ਹੈ ਜੀ, ਇਹ ਬੜੀਆਂ ਛਾਛਾ ਰਚੀਆਂ ਗਈਆਂ ਆ। ਕਿਤੇ ਇੰਟਰਵਿਊ ਹੋਰ ਲੰਬੀ ਕਰਾਂਗੇ, ਫਿਰ ਉਹ ਤੋਂ ਗੱਲ ਕਰਾਂਗੇ। ਉਹ ਅੰਮ੍ਰਿਤ ਛਕਣ ਆਏ ਸੀਗੇ, ਮਾਸਟਰ ਤਾਰਾ ਸਿੰਘ ਨੇ ਉਹਨੂੰ ਅੰਮ੍ਰਿਤ ਨਹੀਂ ਛਕਣ ਦਿੱਤਾ। ਜੀ ਜੀ ਤੇ ਉਹਦੇ ਪਿੱਛੇ ਗੇਮਾਂ ਸੀ ਬਹੁਤ ਵੱਡੀਆਂ ਕਿ ਇਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਜੇ ਅੰਮ੍ਰਿਤ ਛਕ ਗਿਆ, ਇਹਨਾਂ 40 ਲੱਖ ਬੰਦਾ ਜਿਹੜਾ ਉਹ ਸਿੱਖ ਬਣ ਜਾਣਾ। ਜੇ 40 ਲੱਖ ਸਿੱਖ ਬਣ ਗਿਆ ਤਾਂ ਰਾਜ ਤਾਂ ਫੇਰ ਇਹਨਾਂ ਦਾ ਆ ਗਿਆ। ਠੀਕ ਹੈ ਜੀ, ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਆ। ਕਿਸੇ ਵੇਲੇ ਫੇਰ ਇੰਟਰਵਿਊ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇਖੋ ਸਾਡਾ ਮਹਾਰਾਜਾ ਰਣਜੀਤ ਸਿੰਘ ਉਹ ਅਨਪੜ੍ਹ ਬੰਦਾ ਸੀ ਜੀ, ਤੇ ਉਹਦੇ ਰਾਜ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹ ਵਰਲਡ ਦੀ 1 ਨੰਬਰ ਦੀ ਸੀ। ਜੀ 1 ਨੰਬਰ ਦੀ ਐਜੂਕੇਸ਼ਨ ਸੀ। ਠੀਕ ਹੈ ਜੀ, ਆਪਾਂ ਫੇਰ ਕਿਤੇ ਗੱਲ ਕਰਾਂਗੇ। ਉਹਦੀ ਮੌਤ ਤੋਂ ਬਾਅਦ ਸਾਰੀ ਜਿਹੜੀ ਫਿਰ ਲੌਬੀ ਜਿਹੜੀ ਗਾਂ ਆਈ ਉਹ ਗਦਾਰਾਂ ਦੇ ਹੱਥ ਆ ਗਿਆ ਸਾਡਾ। ਉਹ ਫਿਰ ਕਿਸੇ ਵੇਲੇ ਲਿਸਟ ਮੈਂ ਗਣਾਉਂਗਾ ਗਦਾਰਾਂ ਦੀ, ਕਿੱਦਾਂ ਕਿੱਦਾਂ ਇਹਨਾਂ ਨੇ ਕੀ ਕੀ ਕੀਤਾ। ਇਹ ਮੋਹਰੇ ਆ ਗਏ, ਇਹਨਾਂ ਨੇ ਵਧਣ ਹੀ ਨਹੀਂ ਦਿੱਤਾ। ਠੀਕ ਹੈ ਨਾ। ਦੇਖੋ ਜਿਹੜਾ ਸਾਡੇ ਬਾਬੇ ਨੇ ਤਾਂ ਇੱਕੋ ਗੱਲ ਨਿਬੇੜਤੀ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਤੇ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ, ਕੌਣ ਭਲੇ ਕੋ ਮੰਦੇ। ਬੰਦੇ ਸਾਰੇ ਇੱਕ ਆ, ਪਿਆਰ ਨਾਲ। ਫਿਰ ਸਰਬੱਤ ਦੇ ਭਲੇ ਦੀ ਅਰਦਾਸ ਕਿਹਨੇ ਕੀਤੀ ਆ? ਬਾਬੇ ਦੀ ਹੈ ਨਾ ਜੀ। ਤੇ ਅੱਜ ਦੁਨੀਆ ਦੇ ਉੱਤੇ ਕਰੋਨਾ ਦੀ ਤਰਾਸਦੀ ਦੇ ਵਿੱਚ ਵੀ ਸਾਡੇ ਲੋਕਾਂ ਨੇ ਸਿੱਧ ਕਰਤਾ, ਬਾਬੇ ਨਾਨਕ ਦੇ ਵਾਰਸਾਂ ਨੇ ਜੀ, ਕਿ ਅਸੀਂ ਬਾਬੇ ਨਾਨਕ ਦੇ ਵਾਰਸ ਹਾਂ ਜੀ। ਪਹਿਲਾਂ ਜਿਹੜੇ ਲੰਗਰ ਲੱਗਦੇ ਸੀ ਉਹ ਦਾਲਾਂ ਤੇ ਰੋਟੀਆਂ ਦੇ ਲੱਗਦੇ ਸੀ, ਹੁਣ ਦਵਾਈਆਂ ਦੇ ਵੀ ਲੱਗੇ ਤਾਂ ਆਕਸੀਜਨਾਂ ਦੇ ਵੀ ਲੱਗੇ। ਬਿਲਕੁਲ ਸਿੱਖਾਂ ਨੇ ਲਾਏ ਆ। ਠੀਕ ਹੈ ਜੀ। ਔਰ ਦੂਸਰੀ ਗੱਲ ਆ ਕਿ ਇੱਕ ਲੌਬੀ ਸੀਗੀ ਰੀਨਾ ਜੀ, ਜਿਨ੍ਹਾਂ ਨੇ ਜ਼ਮੀਨਾਂ ਵੇਚ-ਵੇਚ ਕੇ ਜਿਹੜੇ ਇਹ ਲੰਗਰ ਲਾਏ ਆ ਜੀ, ਮਦਦ ਕੀਤੀ ਆ। ਜਿਨ੍ਹਾਂ ਦੇ ਸੰਸਕਾਰ ਨਹੀਂ ਸੀ ਹੁੰਦੇ, ਇਹਨਾਂ ਸੰਸਕਾਰ ਕੀਤੇ ਆ। ਉਹਨਾਂ ਦੇ ਵਿੱਚ ਮੈਂ ਖੁਦ ਆਪ ਆ ਜੀ, ਮੈਂ ਸੰਸਕਾਰ ਵੀ ਕਰਵਾਏ ਆ ਜੀ। ਠੀਕ ਹੈ ਜੀ,
ਮੈਂ 1 ਸਾਲ ਪੂਰੀ ਸੇਵਾ ਕੀਤੀ ਆ। ਹੁਣ ਮੈਨੂੰ ਪਤਾ ਨਹੀਂ ਲੱਗਾ ਮੈਂ ਕਿੱਥੋਂ ਉਡੀਕ ਕੇ ਆ ਗਿਆ, ਮੈਂ ਵੀ ਆ ਗਿਆ ਸੀਗਾ ਕਰੋਨਾ ਦੀ ਲਪੇਟ ਦੇ ਵਿੱਚ। ਉਹ ਤਾਂ ਵਾਹਿਗੁਰੂ ਦੀ ਕਿਰਪਾ ਆ, ਦੁਆਵਾਂ ਨੇ, ਸ਼ਹੀਦਾਂ ਦੀ ਕਿਰਪਾ। ਮੈਂ ਉਹਨਾਂ ਨੂੰ ਮੰਨਦਾ ਕਿ ਮੈਂ ਬਚ ਕੇ ਆਪਣੇ ਬੱਚਿਆਂ ਦੇ ਵਿੱਚ ਆ ਗਿਆ ਜੀ। ਪਰ ਸੇਵਾ ਤੋਂ ਅਸੀਂ ਡਰੇ ਨਹੀਂ, ਅਸੀਂ ਮੋਹਰੇ ਹੋ ਸੇਵਾ ਕੀਤੀ ਆ। ਠੀਕ ਹੈ ਜੀ। ਇੱਕ ਪਾਸੇ ਮੈਂ ਤੁਹਾਨੂੰ ਦੱਸਦਾ ਸੀ ਇੱਕ ਲੌਬੀ ਹੈ ਜਿਨ੍ਹਾਂ ਨੇ ਆ ਸੇਵਾ ਕੀਤੀ ਆ, ਇੱਕ ਪਾਸੇ ਲੌਬੀ ਇੱਥੇ ਇੰਡੀਆ ਦੇ ਵਿੱਚ ਉਹ ਵੀ ਹੋਈ ਜਿਨ੍ਹਾਂ ਨੇ ਵਪਾਰ ਕੀਤਾ ਹੈ। ਬਿਲਕੁਲ। ਉਹ ਲੁੱਟ ਕੇ ਗਰੀਬ ਲੋਕਾਂ ਨੂੰ ਖਾ ਗਏ। ਆ ਕੀ ਆਕਸੀਮੀਟਰ ਜਿਹੜਾ ਹੁੰਦਾ ਜਿਹੜਾ ਟੈਸਟ, ਉਹ 500 ਜਾਂ 600 ਰੁਪਏ ਦਾ ਮਿਲਦਾ ਸੀ, ਇਹਨਾਂ ਲੋਕਾਂ ਨੇ 2-2000 ਦਾ 1500 ਦਾ ਵੇਚਿਆ। ਦੇਖੋ ਇੱਕ ਉਹ ਵੀ ਲੌਬੀ ਆ ਜੀ ਜਿਨ੍ਹਾਂ ਨੇ ਵਪਾਰ ਕੀਤਾ, ਇੱਕ ਉਹ ਵੀ ਲੋਕ ਆ ਜਿਨ੍ਹਾਂ ਨੇ ਇੱਧਰ ਸੇਵਾ ਕੀਤੀ ਜੀ। ਠੀਕ ਹੈ। ਬਾਬੇ ਨਾਨਕ ਦੇ ਵਾਰਸਾਂ ਨੇ ਦੱਸਤਾ ਸੀ ਅਸੀਂ ਕੌਣ ਆ। ਅੱਜ ਪੂਰੀ ਦੁਨੀਆ ਤੇ ਗੱਲਾਂ ਕਿਉਂ ਹੁੰਦੀਆਂ ਨੇ ਇਹ? ਅੱਜ ਗੋਰੇ ਇਹ ਗੱਲ ਕਹਿ ਰਹੇ ਕਿ ਇਹ ਜਿਹੜੀ ਪੱਗਾਂ ਵਾਲੀ ਕੌਮ ਆ ਨਾ, ਇਹ ਸਾਡੇ ਸ਼ਹਿਰ 'ਚ ਹੋਣੀ ਚਾਹੀਦੀ ਹੈ ਜੀ। ਇਹ ਬਾਬੇ ਨਾਨਕ ਦੀਆਂ ਵਡਿਆਈਆਂ ਨੇ। ਸੋ ਸਾਡੇ ਜਿਹੜੇ ਲੋਕ ਨੇ ਬਾਹਰ ਜਾ ਕੇ ਕੰਮ ਕਰਦੇ ਆ, ਇੱਥੋਂ ਗਏ, ਦੇਖੋ ਤੇ ਪੈਸੇ ਪੱਤਿਆਂ ਨੂੰ ਤਾਂ ਲੱਗੇ ਨੇਗੇ, ਬੂਟੇ ਤਾਂ ਲੱਗੇ ਨੇ, ਮਿਹਨਤ ਆ। ਜਿਹੜੇ ਟਰਾਲੇ ਚਲਾਉਂਦੇ ਮੁੰਡੇ ਸਾਡੇ, ਟਰੱਕ ਡਰਾਈਵਰ ਆ, ਮੈਂ ਤਾਂ ਉੱਥੇ ਜਾਂਦਾ ਰਹਿਣਾ, 8-8 ਦਿਨਾਂ ਦੀਆਂ ਵਿਚਾਰੇ ਰੋਟੀਆਂ ਬੰਨ ਕੇ ਨਾਲ ਲੈ ਜਾਂਦੇ ਆ। ਉਹ ਸਾਰੀ ਜ਼ਿੰਦਗੀ ਦੇ ਵਿੱਚੋਂ ਅੱਧੀ ਜ਼ਿੰਦਗੀ ਜਿਹੜੀ ਉਹਨਾਂ ਦੀ ਸੜਕਾਂ ਤੇ ਨਿਕਲ ਜਾਂਦੀ ਹੈ, ਰੋਡਾਂ ਦੇ ਉੱਤੇ ਨਿਕਲ ਜਾਂਦੀ ਉਹਨਾਂ ਦੀ ਵਿਚਾਰਿਆਂ ਦੀ, ਕਮਾਈਆਂ ਕਰਦਿਆਂ ਦੀ। ਬਾਪੂ ਦੀ ਕੁਰਬਾਨੀ ਆ। ਮੈਂ ਇੱਕ ਗਾਣਾ ਕੀਤਾ ਸੀਗਾ ਕਿ ਕੋਠੀਆਂ ਕਾਰਾਂ ਵਾਲੇ ਹੋ ਗਏ ਬਾਪੂ ਦੀ ਕੁਰਬਾਨੀ। ਇਹ ਬਾਪੂ ਦੀ ਕੁਰਬਾਨੀ ਹੈ। ਪਿਓ ਤੁਹਾਡੇ ਲਈ ਕੀ ਕਰਦਾ? ਠੀਕ ਹੈ। ਅੱਛਾ, ਉਹ ਫਿਰ ਕਮਾਈਆਂ ਕਰਦੇ, ਉਹਨਾਂ ਕਮਾਈਆਂ ਦੇ ਵਿੱਚੋਂ ਫਿਰ ਦਸਵੰਧ ਕੱਢਦੇ ਨੇ। ਉਹਨਾਂ ਦਸਵੰਧਾਂ ਦੇ ਜਿਹੜੇ ਆ ਉਹ ਲੰਗਰ ਲੱਗਦੇ ਨੇ। ਫਿਰ ਕਮਾਈਆਂ ਕਰਕੇ ਪਿੱਛੇ ਕੋਠੀਆਂ ਬਣਾਉਂਦੇ ਨੇ, ਚੰਗੇ ਭੈਣਾਂ ਦੇ ਵਿਆਹ ਹੁੰਦੇ ਨੇ, ਜੇ ਇੱਥੇ ਚੰਗੇ ਮੇਲੇ ਲੱਗਦੇ ਆ ਜਾਂ ਟੂਰਨਾਮੈਂਟ ਹੁੰਦੇ, ਚੰਗੇ ਵਿਆਹ ਹੋ ਜਾਂਦੇ ਆ, ਇਹ ਐਨਆਰਆਈ ਕਰਕੇ ਹੁੰਦੇ ਆ। ਇੱਥੇ ਤਾਂ ਸਾਡੇ ਪੱਲੇ ਕੱਖ ਨਹੀਂ ਗਾ, ਇੱਥੇ ਤਾਂ ਰੋਟੀ ਮਸੀ ਤੁਰਦੀ ਆ। ਕਿਉਂਕਿ ਜੇ ਇੱਥੇ ਦੇਖਿਆ ਜਾਵੇ ਜੌਬ ਆ ਉਹ ਨਹੀਂ ਹੈਗੀਆਂ, ਕੁਝ ਹੋਰ ਸਿਸਟਮ ਦੇ ਅਕੋਰਡਿੰਗਲੀ ਅਸੀਂ ਦੇਖਦੇ ਹਾਂ ਤਾਂ ਕੁਝ ਵੀ ਸਹੂਲਤਾਂ ਜਿਹੜੀਆਂ ਸਾਨੂੰ ਨਹੀਂ ਮਿਲਦੀਆਂ। ਸੋ ਮੰਗੀਮਾਲ ਜੀ, ਸਾਨੂੰ ਉਧਰ ਸਾਡੇ ਕੈਮਰਾਮੈਨ ਜੀ ਇਸ਼ਾਰਾ ਕਰ ਰਹੇ ਨੇ, ਇੱਕ ਬ੍ਰੇਕ ਲੈ ਲੈਂਦੇ ਆ ਛੋਟੀ ਜੀ। ਮਾਰੋ ਬ੍ਰੇਕਾਂ ਜੀ। ਸੋ ਦੋਸਤੋ, ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਸੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਜੁੜ ਚੁੱਕੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ। ਤੇ ਅਗਲਾ ਸਵਾਲ ਇੱਕ ਵਾਰ ਫਿਰ ਕਰਦੇ ਹਾਂ ਅਸੀਂ ਗਾਇਕ ਮੰਗੀ ਮਾਹਲ ਜੀ ਤੋਂ। ਸਰ, ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਜਿਹੜੇ ਜ਼ਿਆਦਾ ਫੇਮਸ Song ਨੇ, ਜਿੱਦਾਂ ਤੁਸੀਂ ਦੱਸਿਆ ਜੱਟ ਵੈਲੀ ਹੋ ਗਿਆ ਹੈ ਨਾ, ਜੱਟ ਦੀਆਂ ਚੜ੍ਹਤਾਂ, ਇਹ ਕੀ ਚੱਕਰ ਹੈ ਵੀ ਜਿਹੜਾ ਜੱਟ ਸ਼ਬਦ ਹੈ ਤੁਸੀਂ ਗੀਤਾਂ 'ਚ ਬਹੁਤ ਜ਼ਿਆਦਾ ਵਰਤਦੇ ਹੋ? ਇਸ ਦਾ ਕੀ ਕਾਰਨ ਹੈ? ਮੈਂ ਤੁਹਾਨੂੰ ਪਹਿਲਾਂ ਵੀ ਇਹ ਦੱਸ ਕੇ ਹਟਿਆ ਕਿ ਮੈਂ ਪੁੱਤ ਕਿਸਾਨ ਦਾ ਹਾਂ। ਤੇ ਉਸ ਚੀਜ਼ ਨੂੰ ਆਪਾਂ ਜ਼ਿਆਦਾ ਲੈ ਕੇ ਚੱਲਦੇ। ਦੇਖੋ, ਕਿਸੇ ਵੀ ਚੀਜ਼ ਦਾ ਮੇਰੇ ਜਿਹੜੇ ਗੀਤ ਆ, ਨਹੀਂ ਮੇਰੇ ਗੀਤ ਮੈਂ ਤੁਹਾਨੂੰ ਦੱਸਦਾ ਰਹਿਣਾ ਜੀ, ਚੂੜੀਆਂ ਤੇ ਕੋਕਿਆਂ ਤੇ ਝਾਂਜਰਾਂ ਤੇ ਪਰਾਂਦੀਆਂ ਤੇ ਮੇਰੇ ਕਦੀ ਕੋਈ ਗੀਤ ਹੀ ਨਹੀਂ ਆਇਆ। ਇੱਕ ਵੀ ਗੀਤ ਦੱਸ ਦਿਓ। ਅੱਛਾ, ਜਿਹੜੇ ਮੇਰੇ ਗੀਤ ਲਿਖੇ ਗਾਏ ਵੀ ਆ, ਚਾਹੇ ਪੰਮੀ ਬਾਈ ਨੇ ਗਾਇਆ ਜੱਟ ਪੰਜਾਬੀ ਦੋਸਤੋ ਸਾਨੂੰ ਮਾਣ ਪੰਜਾਬੀ ਹੋਣ ਦਾ, ਫਿਰ ਜੈਜੀ ਨੇ ਗਾਇਆ ਸੀ ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ। ਠੀਕ ਹੈ ਜੀ। ਸੋ ਸਲੀਮ ਨੇ ਗਾਇਆ ਸੀ ਦੁੱਖ ਦੇਣੀ ਨਹੀਂ ਕਿਹੜਾ ਦੁੱਖ ਦੇਣ ਆਈ ਹੈ। ਬਹੁਤ ਇਦਾਂ ਦੇ ਗੀਤ ਗਾਏ ਗਏ ਆ। ਪਰ ਜੱਟਾਂ ਦੀ ਗੱਲ ਉਹੀ ਤੁਹਾਨੂੰ ਲੱਗਣ ਮਿੱਤੀ ਅਸਰ ਆ, ਕਿਉਂਕਿ ਮੈਂ ਖੇਤੀ ਕੀਤੀ ਆ, ਮੈਂ ਟਰੈਕਟਰ ਵੀ ਵਾਹਿਆ, ਹਾਂਜੀ, ਮੈਂ ਤੂੜੀਆਂ ਵੀ ਢੋਈਆਂ ਸਿਰ ਤੇ। ਠੀਕ ਹੈ ਜੀ। ਮੈਂ ਪੱਠੇ ਵੀ ਵੱਡੇ ਆ, ਮੈਂ ਪੱਠੇ ਕੁਤਰੇ ਵੀ ਆ, ਪਸ਼ੂ ਵੀ ਜਿਹੜੇ ਮੈਂ ਰੱਖੇ ਆ। ਤੇ ਅੱਜ ਤੁਸੀਂ ਦੇਖੋ ਕਿ ਮੈਂ ਇੱਕ ਗੀਤ ਕੀਤਾ ਸੀ ਕਿ ਮਾਂ ਪਿੰਡ ਨਹੀਂ ਛੱਡਦੀ, ਮੈਂ ਨਹੀਂ ਛੱਡਦਾ ਮਾਂ। ਜੀ। ਰੱਬ ਨੇ ਦੌਲਤਾਂ ਸ਼ੌਹਰਤਾਂ ਸਭ ਕੁਝ ਦੇ ਦਿੱਤਾ, ਕੋਠੀਆਂ ਕਾਠੀਆਂ ਬਣਾ ਲਈਆਂ। ਜਦੋਂ ਮਾਂ ਨੂੰ ਕਿਹਾ ਵੀ ਆ ਚਲੀ, ਉਹ ਕਹਿੰਦੀ ਮੈਂ ਨਹੀਂ ਜਾਣਾ ਪੁੱਤ। ਪਿਤਾ ਜੀ ਦੀ ਡੈਥ ਹੋ ਚੁੱਕੀ ਆ। ਦਿਲਬਾਗ ਸਿੰਘ ਮਾਨ ਮੇਰਾ ਭਰਾ ਆ ਛੋਟਾ, ਉਹ ਯੂਕੇ ਜਿਹਾ, ਮੇਰੀਆਂ ਭੈਣਾਂ ਜਿਹੜੀਆਂ ਬਾਹਰ ਸੈਟਲ ਆ। ਠੀਕ ਹੈ ਜੀ। ਤਾਏ ਚਾਚੇ ਸਭ ਸੈਟਲ ਹੈ, ਕੋਈ ਵੀ ਹੈ ਨਹੀਂ। ਅੱਛਾ, ਗਾਣਿਆਂ ਦੇ ਵਿੱਚ ਗੱਲਾਂ ਮਾਂ ਦੀਆਂ ਕਰੀ ਜਾਣੀਆਂ ਤੇ ਮਾਂ ਕੱਲੀ ਛੱਡ ਕੇ ਤਾਂ ਤੁਸੀਂ ਜਾਂ ਜਲੰਧਰ ਜਾਂ ਚੰਡੀਗੜ੍ਹ ਫਲੈਟਾਂ ਦੇ ਵਿੱਚ ਤੁਰੇ ਫਿਰੋ ਜਾਂ ਕੋਠੀਆਂ 'ਚ ਰਹੋ, ਤੇ ਉਹ ਗੱਲ ਬਣਦੀ ਨਹੀਂ। ਮੇਰੀ ਮਾਂ ਨੇ ਪਿੰਡ ਨਹੀਂ ਛੱਡਿਆ, ਮੈਂ ਮਾਂ ਨਹੀਂ ਛੱਡੀ। ਮੈਂ ਅੱਜ ਵੀ ਗਾਈਆਂ ਵਧੀਆ ਨਸਲ ਦੀਆਂ ਰੱਖੀਆਂ, ਉਹਨਾਂ ਦਾ ਦੁੱਧ ਪੀਂਦੇ ਆ, ਸਪਰੇਆਂ ਖਾਦਾਂ ਤੋਂ ਬਿਨਾਂ ਜਿਹੜੀਆਂ ਉਹ ਸਬਜ਼ੀਆਂ ਖਾਂਦੇ। ਇਹ ਮੈਨੂੰ ਲੱਗਦਾ ਵੀ ਰੀਜ਼ਨ ਹੈ ਜਿੱਦਾਂ ਤੁਹਾਡੇ ਮਾਂ ਸ਼ਬਦ ਵਾਲੇ ਜਿਹੜੇ ਗੀਤ ਨੇ ਦੋ ਆਏ ਨੇ। ਸੋ ਇਹ ਵਿਚਾਰ ਕਿੱਦਾਂ ਆਇਆ ਕਿ ਵੀ ਮਾਂ ਸ਼ਬਦ ਵਾਲੇ ਜਿਹੜੇ ਗੀਤ ਆ ਉਹ ਵੀ ਆਪਾਂ ਜ਼ਰੂਰ ਗਾਉਣੇ ਨੇ? ਦੇਖੋ, ਬਿਲਕੁਲ ਤੁਸੀਂ ਬੜਾ ਅੱਛਾ ਸਵਾਲ ਕੀਤਾ। ਜਿਹੜੀਆਂ ਕੰਪਨੀਆਂ ਨਾ, ਉਹ ਕਦੀ ਮਾਂ ਵਾਲਾ ਗੀਤ ਜਾਂ ਪਿਓ ਵਾਲਾ ਗੀਤ ਇਹਨਾਂ ਦੇ ਉੱਤੇ ਕਦੀ ਪੈਸਾ ਨਹੀਂ ਲਾਉਂਦੀਆਂ। ਉਹ ਕਹਿੰਦੇ ਕੋਈ ਪਤਲੇ ਜਿਹੇ ਲੱਕ ਦੀ ਗੱਲ ਲਿਆ, ਕੋਈ ਅੱਖ ਉੱਖ ਦੀ ਗੱਲ ਲਿਆ ਕੋਈ, ਠੀਕ ਹੈ ਜੀ, ਤੇ ਉਹਦੇ ਉੱਤੇ ਪੈਸੇ ਲਾਉਂਦੇ ਆ। ਕਿਉਂਕਿ ਮੇਰਾ ਇੱਕ ਇਹ ਰਿਹਾ, ਦੇਖੋ ਰੀਨਾ ਜੀ, ਸਾਡੀ ਇੱਕ ਮਜਬੂਰੀ ਆ
ਜੇ ਇਸ ਲਾਈਨ ਦੇ ਵਿੱਚ ਆ ਗਏ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ, ਢਿੱਡ ਪਾਲਣ ਲਈ ਸਾਨੂੰ ਕਮਰਸ਼ੀਅਲ ਲੈਵਲ ਦੇ ਉੱਤੇ ਚੱਲਣਾ ਪੈਣਾ ਜੀ, ਗਾਣੇ ਗਾਉਣੇ ਪੈਣੇ ਨੇ। ਪਰ ਨਾਲ ਨਾਲ ਸਾਡਾ ਇਹ ਵੀ ਫਰਜ਼ ਬਣਦਾ ਕਿ ਰਿਸ਼ਤਿਆਂ ਦੀਆਂ ਵੀ ਗੱਲਾਂ ਹੋਣ ਜੀ, ਠੀਕ ਹੈ ਜੀ। ਮੈਂ ਕਦੀ ਗੱਲ ਕੀਤੀ ਆ ਕਿ ਕਿਸੇ ਵੀ ਘਰ ਵਿੱਚ ਆਵੇ ਨਾ ਕਦੇ ਥੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਸਾਈਆਂ ਬੜੀ ਏ ਲੋੜ ਬਜ਼ੁਰਗਾਂ ਦੀ। ਜਿਸ ਘਰ ਹੁਣ ਬਜ਼ੁਰਗ ਲੋੜ ਨਹੀਂ ਪੈਂਦੀ ਜਿੰਦਿਆਂ ਦੀ, ਜੀਵ ਨਹੀਂ ਥੱਕਦੀ ਸਾਰਾ ਦਿਨ ਅਸੀਸਾਂ ਦਿੰਦਿਆਂ ਦੀ। ਅਸੀਸ ਲਿਆਉਂਦੀ ਜ਼ਿੰਦਗੀ ਵਿੱਚ ਨਵਾਂ ਮੋੜ ਬਜ਼ੁਰਗਾਂ ਦੀ, ਉਮਰਾਂ ਬਖਸ਼ੀ ਸਾਈਆਂ ਬੜੀ ਏ ਲੋੜ ਬਜ਼ੁਰਗਾਂ ਦੀ। ਇਹਦਾ ਵੀਡੀਓ ਅਸੀਂ ਆਸ਼ਰਮ 'ਚ ਕੀਤਾ ਹੈ, ਬਿਰਧ ਆਸ਼ਰਮ ਦੇ ਵਿੱਚ। ਓਕੇ, ਔਰ ਮੈਨੂੰ ਬੜੀ ਸੰਤੁਸ਼ਟੀ ਹੈ ਇਸ ਚੀਜ਼ ਦੀ ਕਿ ਮੇਰੇ ਗੀਤ ਤੋਂ ਬਾਅਦ 3 ਬਜ਼ੁਰਗ ਜਿਹੜੇ ਆ ਆਸ਼ਰਮਾਂ ਦੇ ਵਿੱਚ ਸਿੱਟੇ ਲੁਕੀ ਆਪਣੇ ਘਰ ਨੂੰ ਲੈ ਕੇ ਆਏ ਜੀ, ਤੇ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਇਆ ਜੀ। ਇਸ ਉਹਨਾਂ ਚੀਜ਼ ਦੇ- ਦਾ ਇੰਨਾ ਜ਼ਿਆਦਾ ਜਿਹੜਾ ਪ੍ਰਭਾਵ ਹੈ ਹਾਂਜੀ ਦੇਖਣ ਨੂੰ ਹਾਂਜੀ। ਮਿਲਿਆ। ਮੈਂ ਕਹਿੰਦਾ ਜੇ 3 ਘਰ ਨੂੰ ਆਏ, ਹੋ ਸਕਦਾ ਮੇਰੇ ਗੀਤ ਤੋਂ ਪ੍ਰਭਾਵਿਤ ਹੋ ਕੇ 10 ਰੁਕੇ ਵੀ ਹੋਣਗੇ ਜੀ, ਵੀ ਨਹੀਂ ਯਾਰ ਆਪਣੇ ਬਜ਼ੁਰਗਾਂ ਨੂੰ ਘਰ 'ਚ ਰੱਖ ਲਓ। ਜੀ, ਠੀਕ ਹੈ ਜੀ। ਬਜ਼ੁਰਗਾਂ ਤੋਂ ਵੱਡਾ ਰੱਬ ਕੋਈ ਨਹੀਂ। ਮੈਂ ਹਮੇਸ਼ਾ ਕਹਿੰਦਾ ਜਿੰਨਾ ਚਿਰ ਮਾਂ ਤਾਂ ਪਿਓ ਜਿਉਂਦੇ ਨੇ ਨਾ ਘਰ 'ਚ, ਜੀ, ਉਹਨਾਂ ਦੇ ਚਰਨ ਫੜ ਲਓ, ਉਹਨਾਂ ਦੇ ਪੈਰੀਂ ਹੱਥ ਲਾ ਲਓ। ਦੁਨੀਆ ਦੇ ਵਿੱਚ ਰੱਬ ਸਭ ਤੋਂ ਵੱਡਾ ਮਾਂ ਤਾਂ ਪੇ ਬੈਠੇ ਨੇ। ਕਿਸੇ ਧਾਰਮਿਕ ਅਦਾਰੇ ਤੇ ਜਾਣ ਦੀ ਲੋੜ ਨਹੀਂ। ਹਾਂ, ਜਿੱਦਣ ਮਾਂ ਜਾਂ ਪਿਓ ਚਲ ਗਏ ਘਰ 'ਚੋਂ, ਫਿਰ ਤੁਹਾਨੂੰ ਲੋੜ ਆ, ਫਿਰ ਤਾਂ ਕਿਤੇ ਜਾਣਾ ਪੈਣਾ, ਫਿਰ ਚਲ ਜਾਓ। ਜਿੰਨਾ ਚਿਰ ਘਰ 'ਚ ਰੱਬ ਬੈਠਾ ਨਾ, ਜੀ, ਉਹਦੇ ਪੈਰੀਂ ਹੱਥ ਲਾਓ ਬਸ। ਜੀ। ਸਭ ਤੋਂ ਵੱਡਾ ਰੱਬ ਉਹ ਆ। ਜੀ। ਸਰ, ਜੇ ਗੱਲ ਕੀਤੀ ਜਾਵੇ, ਤੁਸੀਂ ਇੱਕ ਗਾਇਕ ਹੋ, ਲੇਖਕ ਹੋ ਤੇ ਐਕਟਰ ਵੀ ਹੋ, ਤੇ ਤਿੰਨੇ ਸ਼ੌਂਕ ਨੇ ਤੁਹਾਡੇ, ਤੇ ਤਿੰਨਾਂ ਨੂੰ ਤੁਸੀਂ ਇੱਕੋ ਸਮੇਂ ਦੇ ਵਿੱਚ ਕਿੱਦਾਂ ਪੂਰੇ ਕਰਦੇ ਹੋ, ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹੋ? ਰੀਨਾ ਜੀ, ਅਸ਼ਮਿਤ ਪਟੇਲ ਦੇ ਨਾਲ ਮੈਂ ਇੱਕ ਫਿਲਮ ਕੀਤੀ, ਦਿਲ ਸਾਡਾ ਲੁੱਟਿਆ ਗਿਆ। ਜੀ। ਫਿਰ ਜਾਨ ਤੋਂ ਪਿਆਰਾ ਇੱਕ ਫਿਲਮ ਆਈ ਆ। ਫਿਲਮ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਆ ਗਈ ਕਿ ਮੈਂ ਥੀਏਟਰ ਕੀਤਾ ਆ ਜੀ। ਸਟੋਰੀਆਂ ਇੱਥੇ ਬਹੁਤ ਆਉਂਦੀਆਂ ਨੇ, ਇਧਰੋਂ ਫੜ ਕੇ ਉਧਰੋਂ ਫੜ ਕੇ ਸਟੋਰੀਆਂ ਲਿਖੀਆਂ ਹੁੰਦੀਆਂ ਨੇ। ਉਹ ਜਦੋਂ ਸਕ੍ਰਿਪਟ ਪੜ੍ਹੀ ਦੀ ਆ ਤੇ ਫਿਰ ਉਹ ਪੈਸੇ ਕਮਾਉਣ ਲਈ, ਜੇ ਕਮਾਉਣੇ ਹੋਣ ਨਾ, ਤੇ ਉਹ ਜਿੰਨੇ ਮਰਜ਼ੀ ਫੜੀ ਚੱਲੋ ਵੀ ਆ ਲੈ ਲਿਆ ਜੀ, ਇੰਨੇ 'ਚ ਫਿਲਮ ਕਰ ਲਈ ਜੀ, 31 ਲੱਖ 'ਚ ਕਰ ਲਈ ਜੀ, ਤਾਂ 52 'ਚ ਕਰ ਲਈ ਜੀ, ਤਾਂ 21 'ਚ ਕਰ ਲਈ, ਉਹ ਫੜੀ ਚੱਲੋ। ਫਿਰ ਉਹ ਲਿਸਟ ਇੱਕ ਲੰਬੀ ਹੋ ਜਾਂਦੀ ਆ। ਕੱਲ ਨੂੰ ਜਦੋਂ ਕੋਈ ਗੱਲ ਤੁਰਨੀ ਹੈ, ਅਗਲੇ ਨੇ ਕਹਿਣਾ ਅੱਛਾ ਵੀ ਨਿਆਣਿਆਂ ਨੂੰ ਪੁੱਛਣਗੇ ਉਹ ਤੁਹਾਡੇ ਭਾਪੇ ਨੇ ਕਿੰਨੀਆਂ ਫਿਲਮਾਂ ਕੀਤੀਆਂ ਸੀ? 10 ਕੀਤੀਆਂ ਸੀ, 10 ਹੀ ਫਲॉप ਜੀ, ਹੈਨਾ। ਉਹ ਇੱਕ ਫਾਇਦਾ ਕਰੋ, ਕੀ ਆ? ਸੁਪਰ ਹਿੱਟ ਕਰੋ, ਹੈਨਾ। ਉਹ ਨਾ ਕਰੋ, ਉਹਦੇ ਨਾਲ ਚੰਗੀ ਗੱਲ ਹੈ ਨਾ ਹੀ ਕਰੋ, ਆਰਾਮ ਨਾਲ ਆਪਣੇ ਬੈਠੋ। ਮੈਂ ਤਾਂ ਤੁਹਾਨੂੰ ਦੱਸਿਆ, ਮੈਂ ਤਾਂ ਆਪਣੀ ਮਣਕ ਨਾਲ ਚੱਲਿਆ ਜ਼ਿੰਦਗੀ ਦੇ ਵਿੱਚ। ਜੀ। ਮੈਂ ਤਾਂ ਗੀਤ ਵੀ ਜਿਹੜੇ ਆ, ਕੈਸਟਾਂ ਵੀ 2-2 2.5 ਸਾਲ ਕੈਸਟ ਕਰਦਾ ਸੀ। ਜੀ। ਠੀਕ ਹੈ, ਮੈਂ ਆਪਣੇ ਤਰੀਕੇ ਨਾਲ ਚੱਲਦਾ। ਹੁਣ ਵੀ ਮੈਂ ਆਪਣੇ ਪਿੰਡ ਦੇ ਵਿੱਚ ਬੈਠਾ, ਜਲੰਧਰ ਤੱਕ ਨਹੀਂ ਆਇਆ। ਲੋਕੀ ਚੰਡੀਗੜ੍ਹ ਬੈਠੇ ਫਲੈਟ ਲੈ ਲੈ, ਕਿਉਂਕਿ ਸਾਰੀ ਇੰਡਸਟਰੀ ਬੈਠੀ ਉੱਥੇ। ਜੀ, ਜੀ। ਤੇ ਮੈਂ ਹੁਣ ਉੱਥੇ ਚਲੇ ਜਾਵਾਂ, ਮੈਂ ਉੱਥੇ ਜਿੱਦਾਂ ਮਰਜ਼ੀ ਕੰਮ ਲੈ ਸਕਦਾ, ਕੋਈ ਵੀ ਲੈ ਸਕਦਾ, ਫਿਲਮਾਂ 'ਚ ਵੀ ਕਰ ਸਕਦਾ। ਠੀਕ ਹੈ ਜੀ। ਔਰ ਮੈਂ ਪੂਰੀ ਦੁਨੀਆ ਭਰ ਦੇ ਪ੍ਰਮੋਟਰ, ਇੱਕ ਵੀ ਉਂਗਲੀ ਕੋ ਖੜੀ ਕਰਕੇ ਕਹਿ ਦੇਵਾਂ, ਮੈਂ ਕਦੀ ਕਿਸੇ ਨੂੰ ਫੋਨ ਕਰਕੇ ਇਹ ਗੱਲ ਕਹੀ ਹੋਵੇ ਕਿ ਮੈਨੂੰ ਸ਼ੋਅ ਦੇ ਵਿੱਚ ਲੈ ਕੇ ਜਾਓ ਜੀ, ਜੀ। ਮੈਂ ਨਹੀਂ ਕਹਿੰਦਾ। ਕਿਸੇ ਨੂੰ ਲੋੜ ਆ, ਮੈਂ ਚਲ ਗਿਆ। ਜੀ। ਨਹੀਂ ਲੋੜ ਦਾ ਨਾ ਸੀ। ਮੈਂ ਤਾਂ ਆਪਣੀ ਅਣਖ ਰੜਕ ਤੇ ਮੜਕ ਨਾਲ ਕੰਮ ਕੀਤਾ ਹੈ ਜੀ। ਤੇ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਝੁੱਕ ਕੇ ਕੰਮ ਕੀਤਾ। ਜੀ। ਹਾਂ ਜੀ। ਜੇ ਦੇਖਿਆ ਜਾਵੇ ਸਰ, ਬਹੁਤ ਸਾਰੇ ਸਿੰਗਰ ਇਹੋ ਜਿਹੇ ਨੇ ਜਿਹੜੇ ਕਿ ਸਿੱਖਣ ਤੋਂ ਬਾਅਦ ਫਿਰ ਗਾਇਕੀ ਲਾਈਨ ਦੇ ਵਿੱਚ ਆਉਂਦੇ ਨੇ ਤੇ ਉਸਤਾਦ ਧਾਰਦੇ ਨੇ, ਤੇ ਤੁਸੀਂ ਅਜੇ ਤੱਕ ਅਜਿਹੀ ਪਰੰਪਰਾ ਬਾਰੇ ਕਦੀ ਵੀ ਕੋਈ ਸਾਡੇ ਨਾਲ ਸਾਂਝੀ ਨਹੀਂ ਕੀਤੀ ਗੱਲ, ਤੇ ਜਿਹੜੀਆਂ ਤੁਸੀਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਨੇ ਉਹ ਕਿੱਥੋਂ ਸਿੱਖੀਆਂ ਨੇ? ਕਹਿੰਦੇ ਹੁੰਦੇ ਨੇ ਵੀ ਗੁਰੂ ਬਿਨਾ ਗਤ ਨਹੀਂ ਤੇ ਚਾਹ ਬਿਨਾ ਪੱਤ ਨਹੀਂ। ਬਿਲਕੁਲ ਜੀ, ਹਜੇ ਭਟਕਣਾ ਜੀ ਇਹ ਹੈਗੀ ਆ। ਇਹ ਜੀ। ਸਿੱਖਿਆ ਬਹੁਤ ਲੋਕਾਂ ਦੇ ਕੋਲੋਂ ਹੋ ਸਕਦਾ। ਮੈਂ ਅੱਜ ਵੀ ਵਿਦਿਆਰਥੀ ਆ, ਜੀ, ਸਟੂਡੈਂਟ ਆ, ਹੋ ਸਕਦਾ ਮੇਰੀ ਨਾ ਜੀ ਤੁਹਾਡੇ ਕੋਲੋਂ ਕੁਝ ਸਿੱਖ ਕੇ ਜਾਵਾਂ। ਜੀ। ਕਹਿੰਦੇ ਹੁੰਦੇ ਨੇ ਵੀ ਇਨਸਾਨ ਪੂਰੀ ਜ਼ਿੰਦਗੀ ਸਟੂਡੈਂਟ ਰਹਿੰਦਾ ਹੈ। ਮੈਂ ਸਟੂਡੈਂਟ ਆ ਜੀ, ਮੈਂ ਸਿੱਖਦਾ, ਰੋਜ਼ ਸਿੱਖਦਾ। ਜੀ। ਔਰ ਸਿੱਖਿਆ ਮੈਂ BS ਨਾਰੰਗ ਸਾਹਿਬ, ਜਦੋਂ ਮੈਂ ਸਟਾਰਟਿੰਗ ਦੇ ਵਿੱਚ DAV ਕਾਲਜ ਤੋਂ ਸ਼ੁਰੂ ਹੋਇਆ ਜੀ, ਤੇ ਉਹਨਾਂ ਦੀ ਸੰਗਤ ਵਿੱਚ ਬੈਠਦਾ ਸੀਗਾ। ਤੇ ਪੂਰਨ ਸ਼ਾਹ ਕੋਟੀ ਸਾਹਿਬ, ਹੋਰ ਇੱਕ ਇਨਸਾਨ ਨਹੀਂ, ਮੈਂ ਕਿਹਦੀ ਗੱਲ ਨਾ ਲਵਾਂ, ਬਹੁਤ ਲੋਕਾਂ ਦੇ ਕੋਲੋਂ ਮੈਂ ਜਾ ਰਿਹਾ। ਮੈਂ ਰਸਮੀ ਜਿਹੜੀ ਆ ਉਹ ਕਿਸੇ ਨੇ ਹਜੇ ਉਸਤਾਦੀ ਸ਼ਾਗਿਰਦੀ ਜਿਹੜੀ ਰਸਮ ਨਹੀਂ ਕੀਤੀ, ਪਰ ਸਿੱਖਦਾ ਬਹੁਤ ਆ ਮੈਂ। ਅੱਜ ਵੀ ਮੈਨੂੰ ਲੱਗੇ ਕਿ ਯਾਰ ਬੰਦਾ ਵਧੀਆ ਯਾਰ, ਮੈਂ ਹਾਰਮੋਨੀਅਮ ਹਾਂ, ਮੈਂ ਉਹਦੇ ਕੋਲ ਬਹਿ ਜਾਣਾ, ਭਾਵੇਂ ਮੇਰੇ ਤੋਂ ਛੋਟਾ ਹੀ ਹੋਵੇ, ਮੈਂ ਉਹਨੂੰ ਕਹਿਣਾ ਯਾਰ ਭਾਜੀ ਯਾਰ ਵਜਾ ਯਾਰ, ਅੱਛਾ ਆਹ ਕਿਹੜਾ ਰਾਗ ਯਾਰ, ਇਹ ਕਿੱਦਾਂ ਯਾਰ, ਮੈਨੂੰ ਬੜੀ ਉਹ ਲਾਲਸਾ ਰਹਿੰਦੀ। ਹਾਂਜੀ। ਔਰ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਹੁਣ ਤਾਂ 4-5 ਸਾਲ ਹੋ ਗਏ ਜਿੱਦਾਂ ਕੰਮ ਘਟਿਆ, ਨਹੀਂ ਤਾਂ ਮੈਂ, ਤੁਸੀਂ ਯਕੀਨ ਕਰਿਓ, ਮੈਂ 5-5 ਘੰਟੇ ਹਾਰਮੋਨੀਅਮ ਵਜਾਉਂਦਾ ਰਹਿੰਦਾ ਹੁੰਦਾ ਸੀ ਜੀ। 5-5 ਘੰਟੇ ਦਾ ਰਿਆਜ਼ ਹੁੰਦਾ ਸੀ। 5-5 ਘੰਟੇ ਗਾਈ ਜਾਣਾ ਜੀ, ਰਿਆਜ਼ ਕਰਨਾ ਜੀ। ਇੱਕ ਕਲਾ ਹੈ। ਹਾਂ, ਦੇਖੋ ਇੱਕ ਨਸ਼ਾ ਹੁੰਦਾ ਹਰ ਚੀਜ਼ ਦਾ, ਹਨਾ। ਮੈਨੂੰ ਇਸ ਚੀਜ਼ ਦਾ ਨਸ਼ਾ, ਮੈਨੂੰ ਕੋਈ ਵਧੀਆ ਰਚਨਾ ਕਿਸੇ ਦੀ ਹੋਵੇ,
ਜਿੱਦਾਂ ਦੇਬੀ ਭਾਜੀ ਹੁਣੀ ਲਿਖਦੇ ਨੇ ਜਾਂ ਕੋਈ ਇਹਨਾਂ ਦੀ ਜਾਂ ਕੋਈ ਹੋਰ ਕੋਈ ਅੱਛਾ ਕਾਫੀਆ ਲੱਗਾ ਹੋਵੇ, ਕੋਈ ਬਹੁਤ ਵਧੀਆ ਰਚਨਾ ਹੋਵੇ ਨਾ, ਉਹਦਾ ਵੀ ਮੈਨੂੰ ਨਸ਼ਾ ਚੜ ਜਾਂਦਾ। ਕੋਈ ਗਾਣਾ ਬਹੁਤ ਵਧੀਆ ਹੋਵੇ ਕਿਸੇ ਦਾ, ਸੁਣ ਕੇ ਉਹਦਾ ਵੀ ਨਸ਼ਾ ਚੜ ਜਾਂਦਾ। ਇਹ ਇੱਕ ਨਸ਼ਾ ਹੈ। ਨਸ਼ਾ, ਹਾਂਜੀ। ਜਿਸ ਤਰ੍ਹਾਂ ਇਹ ਤਾਂ ਗੱਲ ਸੀ ਗਾਇਕੀ ਦੀ ਨਸ਼ੇ ਦੀ, ਹੈ ਨਾ, ਜੀ। ਕਿ ਜੋ ਕਹਿੰਦੇ ਹੁੰਦੇ ਆ ਵੀ ਸੰਗੀਤ ਜਿਹੜਾ ਇਹੋ ਜਿਹੀ ਸਾਡੀ ਰੂਹ ਦੀ ਖੁਰਾਕ ਹੁੰਦੀ ਆ, ਜੀ। ਜਿਹੜਾ ਸਾਨੂੰ ਤਰੋਤਾਜ਼ਾ ਕਰ ਦਿੰਦਾ ਹੈ। ਜੀ। ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਪੰਜਾਬ ਦੇ ਵਿੱਚ ਅਜੋਕੇ ਸਮੇਂ ਦੀ, ਵੀ ਜਿਹੜਾ ਇਸ ਸਮੇਂ ਆ ਬੇਰੁਜ਼ਗਾਰੀ ਤੇ ਜਿਹੜਾ ਨਸ਼ਾ ਆ, ਬਹੁਤ ਹੀ ਜ਼ਿਆਦਾ ਇਹ ਜਿਹੜੇ ਮੁੱਦੇ ਨੇ ਵੱਡੇ ਬਣ ਚੁੱਕੇ ਨੇ ਇਸ ਸਮੇਂ ਤੇ ਤੁਸੀਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਕੀ ਸੋਚਦੇ ਹੋ ਕਿ ਗਾਇਕਾਂ ਦਾ ਨਜ਼ਰੀਆ ਕੀ ਹੈ? ਮੇਰਾ ਇੱਕ ਗੀਤ ਆ ਰਿਹਾ, ਉਸ ਗੀਤ ਲੈ ਕੇ ਆ ਰਿਹਾ ਮੈਂ ਜੀ। ਆਹ ਦੋਨੇ ਤੁਹਾਡੀਆਂ ਗੱਲਾਂ ਉਹਦੇ ਵਿੱਚ ਹੈ। ਜੀ। ਕਹਿੰਦਾ ਘਰ ਘਰ ਦੇ ਵਿੱਚ ਬੇਰੁਜ਼ਗਾਰੀ, ਉੱਤੋਂ ਨਸ਼ਿਆਂ ਨੇ ਮੱਤ ਮਾਰੀ। ਜੀ। ਘਰ ਘਰ ਦੇ ਵਿੱਚ ਬੇਰੁਜ਼ਗਾਰੀ, ਉੱਤੋਂ ਨਸ਼ਿਆਂ ਨੇ ਮੱਤ ਮਾਰੀ। ਘਰ ਘਰ ਆਈਲੈਟਸ ਭੱਜੀ ਜਾਂਦੇ ਸਾਰੇ ਮੁੰਡੇ ਦੇਸੀ, ਜੇ ਆਪਣੇ ਮੁਲਕ 'ਚ ਹੋਣ ਕਮਾਈਆਂ ਅਸੀਂ ਕਿਉਂ ਹੋਈਏ ਪਰਦੇਸੀ। ਜੇ ਆਪਣੇ ਮੁਲਕ 'ਚ ਹੋਣ ਕਮਾਈਆਂ ਉਹ ਅਸੀਂ ਕਿਉਂ ਹੁੰਦੇ ਪਰਦੇਸੀ। ਜੀ ਬਿਲਕੁਲ। ਤਰਾਸਦੀ ਇਹੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਆ। ਬੇਰੁਜ਼ਗਾਰੀ ਨੇ ਸਾਨੂੰ ਮਾਰਿਆ ਪਿਆ। ਦੇਖੋ ਤੁਸੀਂ, ਜਿਹੜੇ ਨਿਆਣੇ ਤਾਂ ਪੜ੍ਹ ਲਿਖ ਜਾਂਦੇ ਆ, ਜੀ, ਉਹ ਆਈਲੈਟਸ ਕਰਕੇ ਕੋਈ ਅਮਰੀਕਾ, ਕੋਈ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਚਲ ਜਾਂਦੇ ਆ। ਜਿਹੜੇ ਵਿਚਾਰੇ ਨਹੀਂ ਪੜ੍ਹ ਸਕਦੇ ਜਾਂ ਪੈਸੇ ਘੱਟ, ਉਹ ਵਿਚਾਰੇ ਧੱਕੇ ਖਾਣ ਨੂੰ ਦਵਾਈਆਂ 'ਚ ਚਲ ਜਾਂਦੇ ਆ। ਮਾਸਕਟ ਦਵਾਈ, ਉੱਥੇ ਜਾ ਕੇ ਮੈਂ ਮੇਰੀ ਆਦਤ ਹੈ, ਮੈਂ ਜਾ ਕੇ ਦੇਖਦਾ ਹੁੰਦਾ। ਜੀ। ਮੈਂ ਦੇਖਦਾ ਆ ਕੈਨੇਡਾ, ਅਮਰੀਕਾ, ਇੰਗਲੈਂਡ ਵਾਲੇ ਤਾਂ ਬਹੁਤ ਚੰਗੇ ਆ, ਬਹੁਤ ਵਧੀਆ ਕੰਮ ਵੀ ਆ, ਬਹੁਤ ਵਧੀਆ ਜਿਹੜੇ ਦੁਬਈ ਵਾਲੇ ਨਾ ਲੇਬਰ ਕਲਾਸ ਆ, ਤੁਸੀਂ ਦੇਖ ਨਹੀਂ ਸਕਦੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਆ, ਉਹਨਾਂ ਦਾ ਰਹਿਣਾ ਵਿਚਾਰਿਆਂ ਦਾ ਕਿੱਦਾਂ ਦਾ, ਉਹਨਾਂ ਦਾ ਕੰਮ ਕਿੱਦਾਂ ਦਾ। ਐਡਾ ਇਹ ਕਿਉਂ ਹੋਇਆ? ਸਾਡੀਆਂ ਮਾੜੀਆਂ ਗੌਰਮੈਂਟਾਂ ਦੀਆਂ ਕਰਤੂਤਾਂ ਕਰਕੇ। ਜੀ। ਇਹਨਾਂ ਨੇ ਆਪਣੇ ਮੁੰਡੇ ਬਿਜ਼ਨਸਮੈਨ ਬਣਾ ਲਏ। ਜੀ। ਤੁਸੀਂ ਇੱਕ ਗੱਲ ਹੋਰ ਦੇਖੋ, ਨੋਟ ਕਰਿਓ, ਜਦੋਂ ਵੀ ਕੋਈ ਦੰਗਾ ਕਰਾਉਂਦੇ ਆ ਜਾਂ ਕੋਈ ਰੈਲੀਆਂ ਰੂਲੀਆਂ, ਜੋ ਵੀ, ਤੁਸੀਂ ਕਦੀ ਕਿਸੇ ਲੀਡਰ ਦੇ ਹੱਥ ਦੇ ਮੁੰਡੇ ਵਿੱਚ ਡਾਂਗ ਨਹੀਂ ਦੇਖੀ ਹੋਣੀ। ਬਿਲਕੁਲ ਨਹੀਂ। ਆਪਣੇ ਮੁੰਡੇ ਇਹਨਾਂ ਨੇ ਬਾਬੂ ਬਣਾਏ ਆ। ਜੀ। ਠੀਕ ਹੈ ਜੀ। ਇਹਨਾਂ ਨੇ ਬਿਜ਼ਨਸਮੈਨ ਬਣਾਏ ਆ। ਲੋਕਾਂ ਦੇ ਨਿਆਣੇ ਇਹਨਾਂ ਨੇ ਮਰਵਾਉਣ ਲਈ ਤੇ ਪਰਚੇ ਕਰਾਉਣ ਲਈ ਰੱਖੇ ਆ। ਜੀ। ਪਿੰਡਾਂ ਦੇ ਵਿੱਚ ਵੰਡੀਆਂ ਪਈਆਂ ਆ, ਦੋ ਧੜੇ ਬਣੇ ਆ, ਲੋਕੀ ਇੱਕ ਦੂਜੇ ਨਾਲ ਲੜੀ ਜਾਂਦੇ, ਪਰਚੀ ਕਰਾਈ ਜਾਂਦੇ। ਜਿੰਨਾ ਚਿਰ ਜਾਗਰਤੀ ਪਿੰਡਾਂ 'ਚ ਨਹੀਂ ਆਉਂਦੀ ਨਾ, ਥੱਲੇ ਦੇ ਪੱਧਰ ਤੋਂ ਅਸੀਂ ਸੁਚੇਤ ਨਹੀਂ ਹੁੰਦੇ, ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਸਾਨੂੰ ਭਾਈਚਾਰਾ ਜਿਹੜਾ ਆਪਣਾ ਕਾਇਮ ਰੱਖਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ, ਔਰ ਇਹਨਾਂ ਦੇ ਕੋਲੋਂ ਬਚਣਾ ਚਾਹੀਦਾ। ਜੀ। ਪਾਰਟੀ ਕੋਈ ਨਹੀਂ ਮਾੜੀ ਹੁੰਦੀ, ਪਾਰਟੀ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਨੇ। ਚੰਗੇ ਲੋਕਾਂ ਦੀ ਚੋਣ ਕਰਕੇ ਚੰਗੇ ਲੋਕਾਂ ਨੂੰ ਅੱਗੇ ਲੈ ਆਓ, ਇਹਨਾਂ ਗੁੰਡਿਆਂ ਤੋਂ ਬਚ ਜਾਓ। ਜੀ। ਇਹਨਾਂ ਨੇ ਪੰਜਾਬ ਨੂੰ ਖਾ ਲਿਆ, ਖਾ ਕੀ ਲਿਆ, ਵੇਚ ਦਿੱਤਾ ਪੰਜਾਬ ਨੂੰ। ਕੋਈ ਚੀਜ਼ ਨਹੀਂ ਇਹਨਾਂ ਨੇ ਛੱਡੀ ਜਿਹੜੀ ਪੰਜਾਬ ਦੀ ਨਾ ਵੇਚੀ ਹੋਵੇ। ਜੀ। ਇਹ ਬਹੁਤ ਵੱਡੀ ਤਰਾਸਦੀ ਆ। ਦੇਖੋ ਅੱਜ ਇੱਕ ਦੋ ਨਿਆਣੇ ਹਰ ਇੱਕ ਦੇ, ਠੀਕ ਹੈ ਜੀ, ਉਹ ਇੱਕ ਬੱਚਾ ਹੁੰਦਾ, ਉਹ ਬਾਹਰ ਚਲ ਜਾਂਦਾ, ਕੈਨੇਡਾ ਚਲ ਜਾਂਦਾ ਜਾਂ ਅਮਰੀਕਾ, ਮਾਂ ਪਿਓ ਇੱਥੇ ਸੱਸੀਆਂ ਭਰਦੇ ਆ, ਰੋਂਦੇ ਯਾਦ ਕਰ ਕਰਕੇ। ਠੀਕ ਹੈ ਨਾ। ਤੇ ਬੱਚਾ ਜਿਹੜਾ ਜਦੋਂ ਉੱਥੇ ਕੋਈ ਵਿਚਾਰੇ ਨੂੰ ਤਕਲੀਫ ਹੁੰਦੀ ਜਾਂ ਬੁਖਾਰ ਚੜਦਾ ਜਾਂ ਕੁਛ ਨਾ ਕੁਛ ਹੁੰਦਾ, ਉਹ ਕੱਲਾ ਕਿਦਾਂ ਨਹੀਂ, ਜੇ ਕੋਲ ਹੋਵੇ ਤਾਂ ਮਾਂ ਕਹਿੰਦੀ ਆ ਪੁੱਤ ਤੈਨੂੰ ਆਹ ਬਣਾ ਦੇਵਾਂ, ਪੁੱਤ ਨੂੰ ਚਾਹ ਦੇ ਦੇਵਾਂ, ਪੁੱਤ ਆਹ ਦੇ ਦੇਵਾਂ। ਇਹ ਜਿਹੜਾ ਬਹੁਤ ਵੱਡਾ ਦੁਖਾਂਤ ਆ ਪੰਜਾਬੀਆਂ ਦਾ। ਹਾਂਜੀ ਹਾਂਜੀ। ਇਹ ਨਾ ਸੋਚੀ ਜਾਣ ਕਿ ਉਹ ਬਾਹਰ ਚਲੇ ਗਏ ਜੀ, ਉਹ ਇੱਥੇ ਚਲੇ ਗਏ ਜੀ, ਉੱਥੇ ਚਲੇ ਗਏ। ਨਹੀਂ ਨਹੀਂ, ਇਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ, ਇਹ ਬੜਾ ਡਾਢਾ ਆ। ਬਿਲਕੁਲ। ਹਾਂਜੀ ਜੀ। ਸਰ, ਜਾਂਦੇ ਜਾਂਦੇ ਆਖਰੀ ਸਵਾਲ ਗੱਲ ਕਰਦੇ ਆ ਕਿ ਤੁਹਾਡੀਆਂ ਹੁਣ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਤੇ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ? ਰੀਨਾ ਜੀ, ਭਵਿੱਖ ਦੇ ਵਿੱਚ ਮੈਂ 5 ਗੀਤ ਮੇਰੇ ਤਿਆਰ ਹੋਏ ਪਏ ਆ ਜੀ। 2 ਗੁਰਲੇਜ ਅਖਤਰ ਜੀ ਨਾਲ, 1 ਸੁਦੇਸ਼ ਕੁਮਾਰੀ ਜੀ ਨਾਲ, 2 ਮੇਰੇ ਸੋਲੋ ਜੀ ਗੀਤ ਤਿਆਰ ਆ ਜੀ, ਔਰ 1 ਸਾਲ ਤੋਂ ਤਿਆਰ ਆ, 1.5 ਸਾਲ ਤੋਂ ਮੇਰੇ ਖਿਆਲ ਨਾਲ ਜੀ। ਮੈਨੂੰ ਸਾਡਾ ਮੁੰਡਾ ਮੈਨੇਜਰ ਕਹਿੰਦਾ ਭਾਜੀ ਕੱਢੋ ਗੀਤ ਗੂਤ, ਕੋਈ ਕੰਮ ਕੁਮ ਇਦਾਂ ਨਿਕਲਦਾ ਹੈ ਨਾ ਜੀ। ਤੇ ਉਹਨੂੰ ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਯਾਰ ਸਰਹੱਦ ਤੋਂ ਤਾਂ ਰੋਜ਼ ਲਾਸ਼ਾਂ ਨਿਕਲਦੀਆਂ ਨੇ, ਤੇ ਮੈਂ ਨੱਚਣ ਟੱਪਣ ਵਾਲੇ ਗੀਤ ਕਰਾਂ, ਇਹ ਮੇਰਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਜੀ। ਬਿਲਕੁਲ। ਤੇ ਮੈਂ ਨਹੀਂ ਗਾ ਸਕਦਾ। ਜਿੰਨਾ ਚਿਰ ਉੱਥੋਂ ਜਿੱਤ ਮੁਬਾਰਕ ਨਹੀਂ ਹੁੰਦੀ, ਉਹਨਾਂ ਚਿਰ ਇਹ ਗੀਤ ਨਹੀਂ ਆਉਣੇ ਭਰਾਵਾ, ਪਏ ਰਹਿਣ ਦੇ ਇਹਨਾਂ ਨੂੰ। ਹਾਂ, ਕੋਈ ਗੀਤ ਮੈਨੂੰ ਪਿੱਛੇ ਆਇਆ ਸੀ, ਲੋਹੜੀ ਤੇ ਉੱਤੇ ਫੋਨ ਆਇਆ ਸੀਗਾ ਜੀ ਵੀ ਗੀਤ ਕਰਨਾ PTC ਦੇ ਚੈਨਲ ਤੇ। ਮੈਨੂੰ ਇੱਕੋ ਗੱਲ ਕਹੀ ਕਿ ਯਾਰ ਮੈਂ ਗੀਤ ਜੇ ਕਰਨਾ ਤੇ ਮੈਂ ਭਗਤ ਸਿੰਘ ਹੁਣਾਂ ਦਾ ਕਰਨਾ, ਨੱਚਣ ਟੱਪਣ ਵਾਲਾ ਮੇਰੇ ਕੋਲ ਗਾ ਨਹੀਂ ਹੋਣਾ, ਨਾ ਮੈਂ ਗਾਉਣਾ ਜੀ। ਉਹ ਕਹਿੰਦੇ ਚਲੋ ਇਹੀ ਕਰ ਦਿਓ। ਉਹ ਮੈਂ ਹੁਣ ਗੀਤ ਕੀਤਾ ਸੀ, ਤੁਹਾਨੂੰ 2 ਲਾਈਨਾਂ ਉਹਦੀਆਂ ਸੁਣਾ ਦਿੰਦਾ ਜੀ। ਕਹਿੰਦਾ ਦੇਸ਼ ਮੇਰੇ ਨੂੰ ਲੁੱਟ ਕੇ ਖਾ ਗਈਆਂ ਨੇ ਸਰਕਾਰਾਂ, ਚੰਦ ਘਰਾਣੇ ਦੇਸ਼ ਚਲਾਉਂਦੇ ਮਾਰਨ ਗੁੱਝੀਆਂ ਮਾਰਾਂ ਜੀ। ਤੇ ਤੋਂ ਪਿੱਛੋਂ ਆਪਣਿਆਂ ਨੇ ਰੱਜ ਕੇ ਕਰੀ ਬਰਬਾਦੀ, ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ। ਭਗਤ ਸਿੰਘ ਦੇ ਬੁੱਤ ਨਾਲ ਮੇਰੀਆਂ ਕੀਤੀਆਂ ਗੱਲਾਂ ਨੇ। ਓਕੇ। ਕਿ ਤੇਤੋਂ ਪਿੱਛੋਂ ਵੰਡੇ ਪੈ ਗਏ, ਆਪੋ ਆਪਣਾ ਹਿੱਸਾ ਲੈ ਗਏ। ਤੇਤੋਂ ਪਿੱਛੋਂ ਵੰਡੇ ਪੈ ਗਏ, ਆਪੋ ਆਪਣਾ ਹਿੱਸਾ ਲੈ ਗਏ। ਕੁਰਬਾਨੀ ਦੇਣੇ ਵਾਲੇ ਪੰਜਾਬ ਨੂੰ ਰੱਖਦੇ ਸਦਾ ਹੀ ਫਾਟੀ, ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ। ਬੇਰੁਜ਼ਗਾਰੀ
ਖਾ ਗਈ ਜਵਾਨੀ ਜੀ। ਸੜਕਾਂ ਤੇ ਰੁਲ ਗਈ ਕਿਸਾਨੀ ਜੇ ਆਪਣਾ ਹੱਕ ਮੰਗਦੇ ਆ ਸਾਨੂੰ ਕਹਿੰਦੇ ਨੇ ਅੱਤਵਾਦੀ ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ ਲਾਹੌਰ ਬਾਬੇ ਦਾ ਖੂਹ ਹੁੰਦਾ ਸੀ ਨਨਕਾਣੇ ਵੱਲ ਨੂੰ ਮੂੰਹ ਹੁੰਦਾ ਸੀ ਉਹ ਵਕਤ ਪੁਰਾਣਾ ਚੇਤੇ ਕਰਕੇ ਰੋ ਪੈਂਦੀ ਏ ਦਾਦੀ ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ ਆਜ਼ਾਦੀ ਇਹ ਹੁੰਦੀ ਆ ਜੀ ਕਿ ਤੁਸੀਂ 80 ਸਾਲ ਦੀਆਂ ਜਿਹੜੀਆਂ ਬੇਬੇ ਬੁੜੀਆਂ ਆ ਜਦੋਂ ਅੰਦੋਲਨ ਗਿਆ ਆ ਜੀ 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 ਤੇ ਤੁਸੀਂ ਜਿਨ੍ਹਾਂ ਦੀ ਉਮਰ ਆਪਣੇ ਪੋਤੇ ਦੋਤੇ ਇਹਨਾਂ ਰਜਾਈਆਂ 'ਚ ਬਹਿਣਦੀ ਸੀ ਤੁਸੀਂ ਉਹਨਾਂ ਦੇ ਪਾਣੀ ਦੀਆਂ ਬਛਾੜਾਂ ਤੇ ਡਾਂਗਾ ਮਾਰਦੇ ਹੋ ਜੀ ਇਹ ਆਜ਼ਾਦੀ ਹੈ ਜੇ ਆਪਣਾ ਕੋਈ ਹੱਕ ਮੰਗਦਾ ਤਾਂ ਉਹਦਾ ਮਤਲਬ ਇਹ ਆ ਆਜ਼ਾਦੀ ਇਹ ਹੁੰਦੀ ਆ ਜੀ ਇਹ ਨਹੀਂ ਹੋਣਾ ਚਾਹੀਦਾ ਔਰ ਵਾਹਿਗੁਰੂ ਮੇਰੇ ਖਿਆਲ ਦੇ ਨਾਲ ਸੱਚੇ ਪਾਤਸ਼ਾਹ ਰਹਿਮਤ ਕਰੂਗਾ ਜੀ ਇਹ ਜਿੱਤ ਮੁਬਾਰਕ ਹੋਣੀ ਆ ਹੋਣੀ ਹੈ ਹਾਂਜੀ ਜਿੱਤ ਕੇ ਹੀ ਸਾਰੇ ਆਪਣੇ ਘਰਾਂ ਨੂੰ ਵਾਪਸ ਸਹੀ ਹਾਂਜੀ ਸਲਾਮਤ ਹਾਂਜੀ ਪਰਤਣਗੇ। ਸਾਰੇ ਜਿੱਤ ਕੇ ਦੇਖੋ ਸੱਚ ਦੀ ਤਾਂ ਜਿੱਤ ਹੁੰਦੀ ਜਿੱਤ ਹੁੰਦੀ ਹੈ। ਹੁਣ ਤੁਸੀਂ ਇੱਕ ਹੋਰ ਹੀ ਗੱਲ ਲਾ ਲਓ ਕਰੋਨਾ ਦੀ ਤਰਾਸਦੀ ਨੇ ਪੂਰੀ ਦੁਨੀਆ ਦੇ ਉੱਤੇ ਵਕਤ ਪਾਇਆ ਜੀ ਦੇਖੋ ਤੁਸੀਂ ਬਾਬੇ ਨਾਨਕ ਦੀ ਕੈਸੀ ਕਿਰਪਾ ਉੱਥੇ ਕਰੋਨਾ ਪਹੁੰਚਿਆ ਹੀ ਨਹੀਂ ਜੀ ਅੰਦੋਲਨ ਤੇ ਕਰੋਨਾ ਹੀ ਨਹੀਂ ਪਹੁੰਚਿਆ ਜੀ ਬਿਲਕੁਲ ਇਹ ਵੀ ਠੀਕ ਕਿਰਪਾ ਹੀ ਨਹੀਂ ਹੈ ਨਾ। ਉੱਥੇ ਸਾਰੇ ਕੋਈ ਕੇਸ ਅੱਛਾ ਨਹੀਂ ਇਹ ਮਿਲਿਆ ਬਾਬੇ ਨਾਨਕ ਦੀ ਦੇਖੋ ਕਿਰਪਾ ਆ ਹੈ। ਇਹ ਜਿਹੜਾ ਪੱਤਾ ਪੁੱਠਾ ਸਿੱਟਦੇ ਆ ਬਾਬਾ ਨਾਨਕ ਫੇਰ ਸਿੱਧਾ ਕਰ ਦਿੰਦਾ ਸ਼ੈਤਾਨੀਆਂ ਜਿਹੜੀਆਂ ਇਹ ਕਰਦੇ ਆ ਉਹ ਫੇਰ ਐ ਕਰਕੇ ਐ ਕਰ ਦਿੰਦਾ ਜੀ ਇਹ ਕੁਦਰਤ ਆ ਨਾ ਵੀ ਕੁਦਰਤ ਕੁਦਰਤ ਨਾਲ ਹੁੰਦੀ ਆ ਦੁਨੀਆ ਤੇ ਰੱਬ ਹੈ ਰੀਨਾ ਜੀ ਜੀ। ਮੈਨੂੰ ਕੈਨੇਡਾ 'ਚ ਕਿਸੇ ਨੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੰਗੀ ਜੀ ਰੱਬ ਹੈ ਮੈਨੂੰ ਕਿਹਾ ਸੀ ਹੈ ਉਹਨਾਂ ਨੇ ਮੈਨੂੰ ਕਿਹਾ ਤੂੰ ਦੇਖਿਆ ਮੈਂ ਕਿਹਾ ਮੈਂ ਨਹੀਂ ਦੇਖਿਆ ਮੈਂ ਕਿਹਾ ਹਵਾ ਹੈ ਕਹਿੰਦੇ ਹੈ ਮੈਂ ਕਿਹਾ ਤੁਸੀਂ ਦੇਖੀ ਕਹਿੰਦਾ ਨਹੀਂ ਦੇਖੀ ਮੈਂ ਕਿਹਾ ਐਦਾਂ ਰੱਬ ਹੈ ਰੱਬ ਨੂੰ ਮਹਿਸੂਸ ਕੀਤਾ ਜਾ ਸਕਦਾ ਔਰ ਦੂਸਰੀ ਗੱਲ ਰੱਬ ਦੀ ਤੁਹਾਨੂੰ ਇੱਕ ਕਲਾਕਾਰੀ ਦੱਸ ਦਿੰਦਾ ਰੱਬ ਦੀ ਬਹੁਤ ਵੱਡੀ ਇੱਕ ਉਦਾਹਰਨ ਮੇਰੇ ਤੋਂ ਲੈ ਲਓ ਜੀ ਕਹਿੰਦੇ ਉਹ ਕੀ ਜੀ ਮੈਂ ਕਿਹਾ 5 ਦਿਨ ਹੋ ਗਏ ਤੁਹਾਡੀ ਕੰਟਰੀ 'ਚ ਆਏ ਨੂੰ ਮੈਨੂੰ ਇੱਕ ਫਿੰਗਰ ਆ ਪੂਰੀ ਦੁਨੀਆ ਦੇ ਉੱਤੇ ਪਤਾ ਨਹੀਂ ਕਿੰਨੀ ਖਰਬ ਦੁਨੀਆ ਆ ਫਿੰਗਰ ਹੀ ਨਹੀਂ ਕਿਸੇ ਨਾਲ ਰਲਦਾ ਆ ਰੱਖ ਕੇ ਆਉਣ ਦਿੰਦੇ ਆ ਇਹ ਤੋਂ ਵੱਡੀ ਹੁਣ ਰੱਬ ਦੀ ਹੋਰ ਕਲਾਕਾਰੀ ਤੁਸੀਂ ਕੀ ਚਾਹੁੰਦੇ ਹੋ ਇਹ ਤੋਂ ਵੱਡੀ ਰੱਬ ਦੀ ਕਲਾਕਾਰੀ ਤਾਂ ਹੋਰ ਨਹੀਂ ਕੋਈ ਹੋ ਸਕਦੀ ਦੁਨੀਆ ਤੇ ਰੱਬ ਹੈ ਜੀ ਇਹ ਜਿਹੜੇ ਆ ਕਲਯੁਗ ਦਾ ਐਂਡ ਲੱਗਦਾ ਮੈਨੂੰ ਇਸ ਵੇਲੇ ਇੱਕ ਤਾਂ ਜਿਹੜੇ ਸਾਡੇ ਇਨਸਾਨ ਆ ਅਸੀਂ ਲੋਕਾਂ ਨੇ ਅਸੀਂ ਲੋਕ ਰੱਬ ਦੇ ਅੰਗੇਸਟ ਬਹੁਤ ਚੱਲੇ ਆ ਜੀ ਰੱਬ ਨੂੰ ਦੁੱਖ ਬੜਾ ਪਹੁੰਚਾਇਆ ਉਹਦੇ ਅੰਗੇਸਟ ਚੱਲਣ ਕਰਕੇ ਰੱਬ ਸਾਡੇ ਤੋਂ ਹਨਾ ਖਿਜਿਆ ਆ ਠੀਕ ਆ ਹੁਣ ਦੇਖੋ ਕਿੱਦਾਂ ਦੀਆਂ ਤਰਾਜ਼ੀਆਂ ਹੋ ਰਹੀਆਂ ਕਿਤੇ ਬੱਦਲ ਫਟੀ ਜਾਂਦੇ ਆ ਕਿਤੇ ਹੜ੍ਹ ਆਈ ਜਾਂਦੇ ਆ ਕਿਤੇ ਕੁਝ ਗਰਮੀ ਨਾਲ ਮੌਤਾਂ ਹੋ ਰਹੀਆਂ ਮਤਲਬ ਕਿ ਇਹ ਖਿਜਿਆ ਰੱਬ ਹਜੇ ਵੀ ਮੈਂ ਕਹਿੰਦਾ ਲੋਕਾਂ ਨੂੰ ਡਰ ਜਾਣਾ ਚਾਹੀਦਾ ਝੁਕ ਜਾਣਾ ਚਾਹੀਦਾ ਜਿਹੜੇ ਹੰਕਾਰੀ ਆ ਉਹਨਾਂ ਦਾ ਤੁਸੀਂ ਦੇਖਿਓ ਇੱਥੇ ਬੇੜਾ ਗਰਕ ਹੋਣਾ ਆ ਜਿਹੜੇ ਹੰਕਾਰੀ ਆ ਰੱਬ ਦੀ ਬਣਾਈ ਦੁਨੀਆ ਰੱਬ ਲਈ ਸਾਰੇ ਇੱਕ ਆ ਰੱਬ ਦੀ ਬਣਾਈ ਦੁਨੀਆ ਦੇ ਜੇ ਤੁਸੀਂ ਉਹਨਾਂ ਦਾ ਲਹੂ ਪੀਵੋਗੇ ਇਹਨਾਂ ਨੂੰ ਦੁਖੀ ਕਰੋਗੇ ਉਹਨਾਂ ਨਾਲ ਧੱਕੇ ਕਰੋਗੇ ਤੇ ਤੁਸੀਂ ਬਖਸ਼ੇ ਨਹੀਂ ਜਾਣਾ ਕਿਉਂਕਿ ਹੁਣ ਅਸੀਂ ਵੇਖ ਹੀ ਰਹੇ ਹਾਂ ਜੋ ਪਿਛਲੇ ਸਾਲ ਤੋਂ ਲੈ ਕੇ ਤਰਾਸਦੀ ਸਾਡੇ ਸਾਹਮਣੇ ਆ ਰਹੀ ਹੈਗੀ ਆ ਜਿੰਨੀਆਂ ਵੀ ਕੁਦਰਤੀ ਆਫਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਆ ਰਹੀਆਂ ਨੇ ਉਹ ਇਸ ਚੀਜ਼ ਦੀ ਗਵਾਹੀ ਭਰਦੀਆਂ ਨੇ ਕਿ ਵੀ ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਦਾ ਅਸੀਂ ਜਿਹੜਾ ਨਤੀਜਾ ਆ ਭੁਗਤ ਰਹੇ ਹਾਂ ਤੇ ਕੁਦਰਤ ਆਪਣੇ ਹੋਣ ਦਾ ਜਿਹੜਾ ਅਹਿਸਾਸ ਆ ਸਾਨੂੰ ਕਰਵਾ ਰਹੀ ਹੈ ਬਿਲਕੁਲ ਜੀ ਸਰ ਗੱਲਾਂ ਬਾਤਾਂ ਤਾਂ ਸਾਡੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਪਰ ਮੈਨੂੰ ਲੱਗਦਾ ਵੀ ਹੁਣ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਉਸ ਸਭ ਲਈ ਤਹਿ ਦਿਲ ਤੋਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਰੀਨਾ ਜੀ ਬਹੁਤ ਪਹਿਲਾਂ ਦਾ ਤੁਹਾਡਾ ਸ਼ੁਕਰੀਆ ਧੰਨਵਾਦ ਥੈਂਕ ਯੂ ਤੁਹਾਡਾ ਕਿ ਤੁਸੀਂ ਮੇਰਾ ਰਾਬਤਾ ਕਾਇਮ ਕਰਵਾਇਆ ਸੋ ਪੰਜਾਬ ਵਨ ਟੀਵੀ ਨੂੰ ਦੇਖ ਰਹੇ ਜੀ ਆਇਆਂ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਫਿਰ ਸਤਿ ਸ੍ਰੀ ਅਕਾਲ ਹੈ ਜੀ ਮੇਰੇ ਤੋਂ ਗੱਲ ਕਰਦੇ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਕਰਕੇ ਜਿਹੜਾ ਇਹ ਪਰਦੇਸੀਓ ਪੰਜਾਬ ਵੱਸਦਾ ਤੁਹਾਡੇ ਕਰਕੇ ਵੱਡੇ ਵੱਡੇ ਮੇਲੇ ਵਿਆਹ ਹੁੰਦੇ ਨੇ ਤੁਹਾਡੇ ਕਰਕੇ ਪੰਜਾਬ 'ਚ ਰੌਣਕਾਂ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ ਦੋਸਤੋ ਅਗਲੇ ਹਫਤੇ ਫਿਰ ਤੋਂ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ